ਸ਼ਲੋਕ ਮਹੱਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹੋ। ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁਝੈ ਤਾਹੇ। ਸਤਿਯੁਗ ਰਥ ਸੰਤੋਖ ਕਾ ਧਰਮ ਅਗੈ ਰਥਵਾਹੋ। ਤ੍ਰੇਤੈ ਰਥ ਜਤੈ ਕਾ ਜੋਰ ਅਗੈ ਰਥਵਾਹੋ। ਦੁਆਪਰ ਰਥ ਤਪੈ ਕਾ ਸਤ ਅਗੈ ਰਥਵਾਹੋ। ਕਾਲਜੁਗ ਰਥ ਅਗਨ ਕਾ ਕੂੜ ਅਗੈ ਰਥਵਾਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਆਸਾ ਕੀ ਵਾਰ ਦੀ ਪਾਵਨ ਵਿਚਾਰ। ਅੱਜ 13ਵੀਂ ਪੌੜੀ ਦੀ ਵਿਚਾਰ ਜਿਹੜੀ ਹੈ ਉਹ ਆਰੰਭ ਹੋਣੀ ਹੈ। 12 ਪੌੜੀਆਂ ਦੀ ਵਿਚਾਰ ਜਿਹੜੀ ਹੈ ਉਹ ਕੱਲ ਤੱਕ ਹੋ ਚੁੱਕੀ ਹੈ। 13ਵੀਂ ਪੌੜੀ ਦੇ ਨਾਲ 2 ਸ਼ਲੋਕ ਨੇ। ਇਹ ਦੋਵੇਂ ਸ਼ਲੋਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਨੇ। ਤੇ ਪੌੜੀ ਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਨਾ, ਉਹਦੇ ਤੋਂ ਬਲਿਹਾਰ ਜਾਨਾ ਹਾਂ, ਜਿਹਨੂੰ ਮਿਲ ਕੇ, ਜਿਹਦੇ ਚਰਨਾਂ ਦੇ ਵਿੱਚ ਜੁੜ ਕੇ, ਜਿਹਦੇ ਉਪਦੇਸ਼ ਦੇ ਨਾਲ ਮੈਂ ਪ੍ਰਮਾਤਮਾ ਦਾ ਨਾਮ ਜਪਿਆ ਤੇ ਗੁਰੂ ਨੇ ਇੰਨੀ ਕੁ ਕਿਰਪਾ ਕੀਤੀ ਕਿ ਮੇਰੇ ਜਪੇ ਹੋਏ ਨਾਮ ਨੂੰ ਆਪਣੇ ਚਰਨਾਂ ਦਾ ਆਸਰਾ ਦੇ ਕੇ ਤੇ ਇਸ ਭਵਜਲ ਤੋਂ ਪਾਰ ਕਰਾ ਦਿੱਤਾ। ਪੌੜੀ ਦੇ ਵਿੱਚ ਆਪਾਂ ਇਹ ਪੜਾਂਗੇ, ਸਤਿਗੁਰ ਵਿਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ। ਕਹਿੰਦੇ ਜਿਸ ਨੂੰ ਮਿਲਣ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨੂੰ ਮਨੁੱਖ ਸਾਂਭ ਲੈਂਦਾ, ਜਿੱਥੇ ਮਨੁੱਖ ਅਭੇਦ ਹੋ ਜਾਂਦਾ ਹੈ, ਮੈਂ ਐਸੇ ਗੁਰੂ ਤੋਂ ਕੁਰਬਾਨ ਜਾਨਾ। ਪਰ ਇਸ ਤੋਂ ਪਹਿਲਾਂ 2 ਸ਼ਲੋਕ ਲਾਏ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ। ਇਹ ਜਿਹੜੇ 2 ਸ਼ਲੋਕ ਨੇ, ਪਹਿਲੇ ਸ਼ਲੋਕ ਦੇ ਵਿੱਚ ਜਿਹੜਾ ਹੈ 4 ਯੁੱਗਾਂ ਦਾ ਜ਼ਿਕਰ ਹੈ। ਦੂਸਰੇ ਸ਼ਲੋਕ ਦੇ ਵਿੱਚ 4 ਵੇਦਾਂ ਦਾ ਅਤੇ ਵੇਦਾਂ ਤੇ ਯੁੱਗਾਂ ਦੇ ਨਾਲ ਜਿਹੜੇ ਅਵਤਾਰ ਨੇ ਉਹਨਾਂ ਦਾ ਜ਼ਿਕਰ ਹੈ। ਤੇ ਫਲਸਫਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਹੜਾ ਦੂਸਰੇ ਸ਼ਲੋਕ ਦੀ ਸਮਾਪਤੀ ਤੇ ਅਖੀਰ ਤੇ ਦੇਣਗੇ ਕਿ ਭਾਉ ਭਗਤ ਕਰ ਨੀਚ ਸਦਾਏ ਤਉ ਨਾਨਕ ਮੋਖ ਅੰਤਰ ਪਾਏ। ਇਹਦਾ ਭਾਵ ਜਿਹੜਾ ਬੰਦਗੀ ਕਰਕੇ, ਪ੍ਰੇਮਾ ਭਗਤੀ ਕਰਕੇ ਆਪਣੇ ਆਪ ਨੂੰ ਨੀਵਾਂ ਸਦਾਉਂਦਾ ਹੈ ਨਾ, ਸਤਿਗੁਰੂ ਕਹਿੰਦੇ ਆਖਰ ਉਹ ਮੁਕਤੀ ਨੂੰ ਪ੍ਰਾਪਤ ਹੋ ਜਾਂਦਾ ਹੈ। ਤੇ ਜਿਹੜਾ ਅੱਜ ਵਿਚਾਰ ਅਧੀਨ ਸ਼ਲੋਕ, ਇਹ ਪਹਿਲਾ ਸ਼ਲੋਕ ਹੈ, ਇਹਦੇ ਵਿੱਚ ਸਤਿਗੁਰਾਂ ਨੇ 4 ਯੁੱਗਾਂ ਦਾ ਜ਼ਿਕਰ ਕੀਤਾ ਹੈ। ਪਹਿਲਾਂ ਆਪਾਂ ਯੁੱਗਾਂ ਬਾਰੇ ਥੋੜ੍ਹਾ ਜਿਹਾ ਸਮਝ ਲਈਏ। ਸਮੇਂ ਦੀ ਜਿਹੜੀ ਵੰਡ ਦੀ ਇਕਾਈ ਹੈ ਉਹ ਇੱਕ ਨਿਮਖ ਤੋਂ ਸ਼ੁਰੂ ਹੁੰਦੀ ਹੈ। ਕੋਈ ਵੀ ਚੀਜ਼ ਹੈ ਉਹਨੂੰ ਮਾਪਣ ਦਾ ਮਾਪਦੰਡ ਕੋਈ ਨਾ ਕੋਈ ਇਕਾਈ ਹੁੰਦੀ ਹੈ। ਤੇ ਸਮੇਂ ਦਾ ਜਿਹੜਾ ਮਾਪਦੰਡ ਹੈ ਉਹ ਇੱਕ ਨਿਮਖ ਹੈ। ਅਸੀਂ ਜਿਹੜੀ ਇੱਕ ਆਪਣੀ ਪਲਕ ਝਮਕਦੇ ਇਹ ਤੋਂ ਚੱਲਦਾ ਹੈ। ਆਪਾਂ ਇਹ ਬੜੀ ਵਾਰੀ ਵਾਚਿਆ, ਮੈਂ ਮੋਟਾ ਤੁਹਾਡੇ ਨਾਲ ਸਾਂਝਾ ਕਰਨਾ ਹੈ। ਮਨੁੱਖ ਅੱਜ ਦੇ ਹਿਸਾਬ ਦੇ ਨਾਲ ਸੈਕਿੰਡਾਂ ਤੋਂ ਚੱਲਦਾ ਹੈ। ਦਿਨ ਵਾਰ ਬਣਦੇ ਨੇ, ਮਹੀਨੇ ਬਣਦੇ ਨੇ, ਸਾਲ ਬਣਦੇ ਨੇ ਤੇ ਸਾਲਾਂ ਤੋਂ ਬਾਅਦ ਸਦੀ ਬਣਦੀ ਹੈ। ਇਹ ਸਦੀ ਜਿਹੜੀ ਹੈ ਜਾਂ ਸਾਲ, ਇਹ ਸਾਡੇ ਵਰਤੋਂ ਦੇ ਵਿੱਚ ਆਉਂਦੇ ਨੇ। ਪਰ ਇਸ ਤੋਂ ਇਲਾਵਾ ਜਿਹੜੇ ਪ੍ਰਾਚੀਨ ਵਿਦਵਾਨ ਨੇ ਉਹਨਾਂ ਦੇ ਸਮੇਂ ਦੀ ਜਿਹੜੀ ਵੰਡ ਹੈ 4 ਯੁੱਗਾਂ ਦੇ ਨਾਲ ਕੀਤੀ ਹੈ। ਖਾਸ ਕਰਕੇ ਹਿੰਦੂ ਧਰਮ ਨੇ ਉਹ 4 ਯੁੱਗ ਨੇ, ਸਤਿਯੁਗ, ਤ੍ਰੇਤਾ, ਦੁਆਪਰ
ਅਤੇ ਕਲਯੁਗ। ਗੁਰਮਤਿ ਨੇ ਇਹਨਾਂ ਯੁੱਗਾਂ ਨੂੰ ਮਾਨਸਿਕ ਬੁੱਧੀ ਦੇ ਤਲ 'ਤੇ ਜਾ ਕੇ ਲਿਆਏ। ਇੱਕ ਗੱਲ ਯਾਦ ਰੱਖਿਓ, ਮੈਂ ਚਲੋ ਅੱਗੇ ਜਾ ਕੇ ਅਰਜ਼ ਕਰਦਾ। ਹੁਣ ਸਤਯੁਗ ਦੇ ਵਿੱਚ ਉਸ ਤੋਂ ਬਾਅਦ ਤ੍ਰੇਤਾ ਆਉਂਦਾ ਹੈ, ਦੁਆਪਰ ਅਤੇ ਕਲਯੁਗ ਆਉਂਦਾ ਹੈ। ਜੇ ਇਹਨਾਂ ਦੀ ਆਪਾਂ ਗਿਣਤੀ ਦੇਖਦੇ ਹਾਂ, ਇਹ ਗਿਣਤੀ ਗਲਤ ਜਾਪਦੀ ਹੈ। ਸਤਯੁਗ ਤੋਂ ਬਾਅਦ ਤ੍ਰੇਤਾ, ਫਿਰ ਦੁਆਪਰ ਹੈ। ਪਰ ਜੇ ਅਸੀਂ ਪਛਾਣ ਨੂੰ ਗਿਣਤੀ ਕਰੀਏ, ਕਲਯੁਗ, ਦੁਆਪਰ, ਤ੍ਰੇਤਾ ਅਤੇ ਸਤਯੁਗ, ਫਿਰ ਇਹਦੀ ਗਿਣਤੀ ਫਿੱਟ ਪੈਂਦੀ ਹੈ। ਚਲੋ ਇਹ ਆਪਣਾ ਵਿਸ਼ਾ ਨਹੀਂ, ਯੁੱਗ ਕਿਵੇਂ ਆਏ ਕਿਵੇਂ ਗਏ। ਇਹ ਇੱਕ ਸਮੇਂ ਦੀ ਇਕਾਈ ਹੈ। ਇਹਨਾਂ ਦੀ ਕਈ ਲੱਖਾਂ ਸਾਲ ਉਮਰ ਜਿਹੜੀ ਉਹਨਾਂ ਵਿਦਵਾਨਾਂ ਨੇ ਮੰਨੀ ਹੈ। ਅਤੇ ਗੁਰਮਤਿ ਦਾ ਫਲਸਫਾ ਇਹ ਗੱਲ ਕਹਿੰਦਾ ਹੈ ਕਿ ਭਲਿਆ ਤੇਰੇ ਵਾਸਤੇ ਸਤਯੁਗ ਅਤੇ ਤੇਰੇ ਵਾਸਤੇ ਕਲਯੁਗ ਜਿਹੜਾ ਉਹ ਰੱਬੀ ਬਾਣੀ ਤੈਅ ਕਰੇਗੀ। ਸਿੱਖ ਵਾਸਤੇ ਉਹ ਸਮਾਂ ਸਤਯੁਗ ਦਾ ਨਹੀਂ ਜਾਂ ਆਹ ਕਲਯੁਗ ਦਾ ਨਹੀਂ। ਸਿੱਖ ਵਾਸਤੇ ਜਿਹੜਾ ਸਮਾਂ, ਜਿਹੜੀ ਘੜੀ ਗੁਰੂ ਦੇ ਚਰਨਾਂ ਦੇ ਵਿੱਚ ਬਤੀਤ ਹੁੰਦੀ ਹੈ, ਉਹ ਸਤਯੁਗ ਦੀ ਹੈ। ਯਾਦ ਰੱਖਿਓ, ਜਿਹੜੀ ਘੜੀ, ਜਿਹੜਾ ਸਮਾਂ ਤੁਸੀਂ ਗੁਰੂ ਤੋਂ ਦੂਰ ਹੋ ਜਾਂਦੇ ਜੇ, ਉਹ ਸਿੱਖ ਵਾਸਤੇ ਕਲਯੁਗ ਦੀ ਹੈ। ਭਾਈ ਨੰਦ ਲਾਲ ਜੀ ਨੂੰ ਨਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸਵਾਲ ਕੀਤਾ ਸੀ। ਕਹਿਣ ਲੱਗੇ, ਨੰਦ ਲਾਲ ਜੀ, ਕੋਈ ਇਹੋ ਜਿਹਾ ਤੁਹਾਡੇ ਕੋਲ ਕਰਮ ਹੋਇਆ ਹੋਵੇ, ਕੋਈ ਇਹੋ ਜਿਹੀ ਗਲਤੀ ਹੋਈ ਹੋਵੇ ਜਿਹਦਾ ਤੁਸੀਂ ਬਹੁਤ ਜ਼ਿਆਦਾ ਪਛਤਾਤਾਪ ਕੀਤਾ ਹੋਵੇ। ਕੋਈ ਇਹੋ ਜਿਹੀ ਮਨੁੱਖ ਕੋਲ ਗਲਤੀ ਕਿਸੇ ਵੇਲੇ ਹੋ ਜਾਂਦੀ ਹੈ, ਅਤੇ ਕੋਈ ਇਹੋ ਜਿਹੀ ਤੁਹਾਡੀ ਜ਼ਿੰਦਗੀ 'ਚ ਹੈ ਕਿਤੇ ਇੱਕ ਅੱਧੀ ਹੋਈ ਹੋਵੇ। ਭਾਈ ਨੰਦ ਲਾਲ ਜੀ ਕਹਿਣ ਲੱਗੇ, ਸਤਿਗੁਰੂ ਇੱਕ ਨਹੀਂ ਵਾਧੂ ਨੇ। ਸਤਿਗੁਰੂ ਕਹਿੰਦੇ, ਕੀ ਭਾਵ? ਕਹਿੰਦੇ, ਇੱਕ ਗਲਤੀ ਮੈਂ ਰੋਜ਼ ਕਰਦਾ ਹਾਂ ਅਤੇ ਰੋਜ਼ ਉਹਦਾ ਪਛਤਾਤਾਪ ਹੁੰਦਾ ਹੈ। ਸਤਿਗੁਰੂ ਕਹਿੰਦੇ, ਲਾਲ ਜੀ ਕਿਹੜੀ ਗਲਤੀ ਕਰਦੇ ਜੇ? ਕਹਿਣ ਲੱਗਾ, ਪਾਤਸ਼ਾਹ, ਜਦੋਂ ਹਰੇਕ ਸਵਾਸ ਦੇ ਨਾਲ ਤੇਰਾ ਨਾਮ ਨਹੀਂ ਜਪਿਆ ਜਾਂਦਾ, ਜਿਹੜਾ ਸਵਾਸ ਤੇਰੇ ਨਾਮ ਤੋਂ ਖਾਲੀ ਰਹਿ ਜਾਂਦਾ ਹੈ, ਉਹ ਬੜੀ ਤਗੜੀ ਗਲਤੀ ਹੈ। ਅਤੇ ਮੈਂ ਉਸ ਤੋਂ ਬਾਅਦ ਮੈਂ ਪਛਤਾਤਾਪ ਕਰਦਾ, ਮਨਾ ਇੰਨੇ ਸਵਾਸ ਜਿਹੜੇ ਤੂੰ ਅਜਾਈਂ ਗਵਾ ਦਿੱਤੇ, ਗੁਰੂ ਦਾ ਸਿਮਰਨ ਨਹੀਂ ਕੀਤਾ, ਨਾਮ ਨਹੀਂ ਜਪਿਆ, ਬਾਣੀ ਨਹੀਂ ਪੜ੍ਹੀ। ਮੇਰੇ ਕਹਿਣ ਦਾ ਭਾਵ, ਗੁਰਮਤਿ ਨੇ ਕਲਯੁਗ ਨੂੰ ਉਹਨੂੰ ਮੰਨਿਆ ਹੈ ਜਿਹਦੇ ਵਿੱਚ ਕਲੇ ਕਲੇਸ਼ ਹੈ, ਜਿਹਦੇ ਵਿੱਚ ਜਿਹੜਾ ਹੈ ਉਹ ਲੜਾਈ ਝਗੜਾ ਹੈ। ਅਤੇ ਜਿੱਥੇ ਪ੍ਰਮਾਤਮਾ ਦੇ ਨਾਮ ਦੀ ਗੱਲ ਚੱਲ ਰਹੀ ਹੈ, ਬਾਣੀ ਪੜ੍ਹੀ ਜਾ ਰਹੀ ਹੈ, ਨਾਮ ਜਪਿਆ ਜਾ ਰਿਹਾ ਹੈ, ਉਹਨੂੰ ਬਾਣੀ ਨੇ ਸਤਯੁਗ ਕਿਹਾ ਹੈ। ਅੰਮ੍ਰਿਤ ਬਾਣੀ ਦਾ ਫੈਸਲਾ ਵੀ ਹੈ ਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਕਲਯੁਗ ਉਦੋਂ ਹੈ ਜਦੋਂ ਪ੍ਰਮਾਤਮਾ ਦੇ ਨਾਲੋਂ ਵਿਛੜ ਜਾਈਦਾ ਹੈ। ਅਤੇ ਅੱਜ ਤੁਸੀਂ ਕਈ ਵਾਰੀ ਇਹ ਆਮ ਸ਼ਬਦ ਸੁਣੇ ਹੋਣਗੇ, ਜਿਹੜਾ ਮਨੁੱਖ ਬੜੀ ਬਾਣੀ ਪੜ੍ਹਦਾ ਹੋਵੇ, ਜਿਹੜਾ ਪਰਿਵਾਰ ਨਾਮ ਸਿਮਰਨ ਅਭਿਆਸ ਕਰਦਾ ਹੋਵੇ ਨਾ, ਤੁਸੀਂ ਉਹਨਾਂ ਦੇ ਘਰ 'ਚ ਜਾਓ, ਉਹਨਾਂ ਦੇ ਨਾਲ ਮਿਲੋ ਵਰਤੋ, ਉਹਨਾਂ ਦਾ ਜੀਵਨ ਵੇਖ ਕੇ ਇਉਂ ਪ੍ਰਤੀਤ ਹੁੰਦਾ, ਮਨੁੱਖ ਕਹਿੰਦਾ ਬੱਲੇ ਬੱਲੇ ਵੀ ਉਹਨਾਂ ਦਾ ਘਰ ਤਾਂ ਨਿਰਾ ਸਤਿਯੁਗ ਹੀ ਹੈ ਨਾ। ਭਾਵ ਉੱਥੇ ਸੱਚ ਬੋਲਿਆ ਜਾਂਦਾ ਹੈ, ਉੱਥੇ ਬਾਣੀ ਪੜ੍ਹੀ ਜਾ ਰਹੀ ਹੈ, ਨਾਮ ਜਪਿਆ ਜਾ ਰਿਹਾ, ਉਹ ਸਤਿਯੁਗ ਹੈ। ਅਤੇ ਕਈ ਵਾਰੀ ਗੁਰੂ ਘਰਾਂ ਦੇ ਵਿੱਚ ਲੜਾਈਆਂ ਹੋ ਜਾਂਦੀਆਂ ਨੇ, ਪੱਗਾਂ ਲੱਥਣ ਤੱਕ ਜਾਂਦੀਆਂ ਨੇ, ਆਪਸ ਵਿੱਚ ਕਲੇ ਕਲੇਸ਼ ਹੈ। ਜੇ ਗੁਰੂ ਘਰ ਦੇ ਵਿੱਚ ਵੀ ਮਾਫ਼ ਕਰਨਾ ਕਲੇ ਕਲੇਸ਼ ਹੈ, ਇੱਥੇ ਸਤਿਯੁਗ ਨਹੀਂ, ਇੱਥੇ ਵੀ ਕਲਯੁਗ ਵਾਪਰ ਰਿਹਾ ਹੈ। ਸੋ ਸਮੇਂ ਦੀ ਇਕਾਈ ਨੂੰ ਕਲਯੁਗ ਜਾਂ ਸਤਿਯੁਗ, ਤ੍ਰੇਤਾ ਜਾਂ ਦੁਆਪਰ ਜਿਹੜਾ ਹੈ, ਉਹ ਗੁਰਮਤਿ ਨੇ ਜਿਹੜਾ ਬੌਧਿਕ ਤਲ ਦੇ ਉੱਤੇ ਕੀਤਾ, ਮਨ ਦੀ ਅਵਸਥਾ ਕੀਤੀ ਹੈ। ਸੋ ਇੱਥੇ ਸਤਿਗੁਰੂ ਉਹਨਾਂ 4 ਯੁੱਗਾਂ ਦਾ ਜ਼ਿਕਰ ਕਰਕੇ ਸਾਡੇ ਸਾਹਮਣੇ ਇੱਕ ਬੜਾ ਸੋਹਣਾ ਫਲਸਫਾ ਦੇ ਰਹੇ ਨੇ। ਇਹ ਸ਼ਲੋਕ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਆਪਾਂ ਦੇਖਦੇ ਹਾਂ। ਸਤਿਗੁਰੂ ਬਖਸ਼ਿਸ਼ ਕਰਦੇ ਨੇ। ਸ਼ਲੋਕ ਮਹੱਲਾ ਪਹਿਲਾ, ਇਹ 13ਵੀਂ ਪੌੜੀ ਦਾ ਪਹਿਲਾ ਸ਼ਲੋਕ ਹੈ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹ। ਇਹਨੂੰ ਥੋੜ੍ਹਾ ਜਿਹਾ ਧਿਆਨ ਦਿਓ। ਨਾਨਕ ਇਹ ਪਾਠ ਵੱਖਰਾ ਕਰਨਾ ਹੈ। ਮੇਰ ਸਰੀਰ ਕਾ, ਮੇਰ ਦਾ ਅਰਥ ਮੇਰਾ ਨਹੀਂ ਕਰਨਾ। ਜੇ ਆਪਾਂ ਕਰਾਂਗੇ ਨਾਨਕ ਮੇਰ ਸਰੀਰ ਕਾ, ਉਹਦਾ ਅਰਥ ਹੋ ਜਾਏਗਾ ਨਾਨਕ ਮੇਰੇ ਸਰੀਰ ਦਾ। ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਨਾਨਕ ਇੱਥੇ ਜਿਹੜਾ ਹੈ ਉਹ ਕਾਵਕ ਰੂਪ ਦੇ ਵਿੱਚ ਸਤਿਗੁਰਾਂ ਦਾ ਨਾਮ ਆਇਆ ਹੈ। ਮੇਰ ਦਾ ਅਰਥ ਹੈ ਅਸਲ 'ਚ ਮੇਰੂ, ਮੇਰੂ ਦਾ ਅਰਥ ਹੈ ਵੱਡਾ। ਜਿਵੇਂ ਤੁਸੀਂ ਮਾਲਾ ਲੈਂਦੇ ਜੇ, ਮਾਲਾ ਦੇ ਭਾਵੇਂ 108 ਮਣਕਿਆਂ ਦੀ ਜਾਂ ਛੋਟੀ ਜਾਂ ਵੱਡੀ ਮਾਲਾ ਹੈ, ਉਹ ਮਾਲਾ ਸਾਰੀ ਦੇ ਉੱਤੇ ਇੱਕ ਮਣਕਣਾ ਲੱਗਾ ਹੁੰਦਾ ਜਿਹਨੂੰ ਮੇਰੂ ਮਣਕਾ ਕਿਹਾ ਜਾਂਦਾ ਹੈ। ਉਹ ਕਦੀ ਗਿਣਤੀ ਦੇ ਵਿੱਚ ਨਹੀਂ ਆਉਂਦਾ। ਜਿਹੜੀ 108 ਮਣਕਿਆਂ ਵਾਲੀ ਮਾਲਾ, ਉਹਦੇ ਉੱਤੇ ਇੱਕ ਮੇਰੂ ਮਣਕਾ ਹੁੰਦਾ ਹੈ। ਉੱਥੋਂ ਧਾਗਾ ਸ਼ੁਰੂ ਹੁੰਦਾ ਅਤੇ ਉੱਥੇ ਜਾ ਕੇ ਧਾਗਾ ਖਤਮ ਹੋ ਜਾਂਦਾ ਹੈ। ਪਰ ਉਹ ਮੇਰੂ ਮਣਕਾ ਕਦੀ ਗਿਣਤੀ 'ਚ ਨਹੀਂ ਹੁੰਦਾ ਸਾਰਿਆਂ ਤੋਂ ਵੱਡਾ ਹੈ। ਮੇਰੂ ਦਾ ਅਰਥ ਹੈ ਵੱਡਾ। ਜਿਵੇਂ ਹਿੰਦੁਸਤਾਨ ਦੇ ਵਿੱਚ ਪਹਾੜ ਬਹੁਤ ਨੇ, ਜਿਹੜਾ ਸਭ ਤੋਂ ਵੱਡਾ ਹੈ ਉਹਨੂੰ ਅਸੀਂ ਸੁਮੇਰ ਕਹਿ ਦਿੱਤਾ। ਭਾ ਮੇਰ ਦਾ ਅਰਥ ਹੈ ਵੱਡਾ। ਇੱਥੇ ਸਤਿਗੁਰੂ ਕਹਿ ਲੱਗੇ ਮੇਰ ਸਰੀਰ, ਸਰੀਰ ਦਾ ਅਰਥ ਕਰਾਂਗੇ ਆ ਜਾਮਾ, ਇਹ ਜਿਹੜਾ ਸਾਨੂੰ ਮਨੁੱਖਾ ਜਨਮ ਮਿਲਿਆ ਹੋਇਆ। ਕਾ ਦਾ ਅਰਥ ਕਰਾਂਗੇ ਦਾ। ਸਤਿਗੁਰੂ ਕਹਿ ਲਗੇ ਜਿੰਨੀਆਂ ਵੀ ਜੂਨਾਂ ਨੇ,
84 ਲੱਖ ਜੂਨਾਂ ਨੇ। ਜਿੰਨੀਆਂ ਵੀ ਜੂਨਾਂ ਨੇ ਇੱਕ ਸੈੱਲ ਤੋਂ ਲੈ ਕੇ ਕੀੜੀ ਤੋਂ ਲੈ ਕੇ ਹਾਥੀ ਤੱਕ ਜਾਂ ਅਨ ਦਿਸ ਦੇ ਸੈੱਲ ਤੋਂ ਲੈ ਕੇ ਵੱਡੇ ਵੱਡੇ ਜਿਹੜੇ ਆਪਾਂ ਅੱਜ ਵਾਚਦੇ ਹਾਂ ਕਿ ਡਾਇਨਾਸੌਰ ਵਰਗੇ ਵੀ ਹੋਏ, ਇੱਥੋਂ ਤੱਕ ਜਿੰਨੇ ਵੀ ਸਰੀਰ ਨੇ, ਸਤਿਗੁਰੂ ਕਹਿੰਦੇ ਇਹਨਾਂ ਸਾਰਿਆਂ ਸਰੀਰਾਂ ਦੇ ਵਿੱਚੋਂ ਜੇ ਕਿਸੇ ਨੂੰ ਵੱਡਾ ਆਖਿਆ ਗਿਆ, ਜੇ ਕਿਸੇ ਨੂੰ ਚੰਗਾ ਮੰਨਿਆ ਗਿਆ ਤੇ ਉਹ ਮਨੁੱਖ ਦਾ ਸਰੀਰ ਹੈ। ਇਹਦੇ ਅਰਥ ਇਦਾਂ ਕਰਾਂਗੇ, ਮੇਰ ਦਾ ਅਰਥ ਹੈ ਵੱਡਾ, ਸਰੀਰ ਦਾ ਅਰਥ ਕਰਾਂਗੇ ਮਨੁੱਖਾ ਸਰੀਰ। ਨਾਨਕ ਮੇਰ ਸਰੀਰ ਕਾ, ਨਾਨਕ ਤੇ ਜਮਕੀ ਦੇਣੀ, ਥੋੜਾ ਜਿਹਾ ਰੁਕਾਂਗੇ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹ। ਇੱਥੇ ਜਿਹੜਾ ਅਖੀਰ ਤੇ ਸ਼ਬਦ ਰਥਵਾਹ ਬਾਰ-ਬਾਰ ਰਿਪੀਟ ਹੋਣਾ ਹੈ। ਇਹ ਅਖੀਰ ਦੇ ਉੱਤੇ ਵਾਵੇ ਨੂੰ ਕੰਨਾ ਤੇ ਹਾਹੇ ਨੂੰ ਔਂਕੜ ਹੈ। ਇਹਨੂੰ ਉਚਾਰਨ ਕਰਨ ਲੱਗਿਆ ਔਂਕੜ ਤੇ ਹੋੜਾ ਜਿਹੜਾ ਉਹ ਲਾਗੇ ਲਾਗੇ ਬੋਲਦਾ ਹੈ। ਇਹਨੂੰ ਹੋੜਾ ਨਹੀਂ ਬਣਨ ਦੇਣਾ, ਇਹਦਾ ਔਂਕੜ ਹੀ ਉਚਾਰਨ ਕਰਨਾ। ਜੇ ਆਪਾਂ ਪਾਠ ਕਰਾਂਗੇ ਰਥਵਾਹੋ, ਲਮਕਾ ਦਾਂਗੇ, ਥੋੜਾ ਭਾਰਾ ਕਰ ਦਾਂਗੇ, ਹੋੜਾ ਬਣ ਜਾਏਗਾ। ਕਈ ਵਾਰੀ ਜਦੋਂ ਅਸੀਂ ਗਾਇਕੀ ਦੇ ਵਿੱਚ ਲੈਂਦੇ ਹਾਂ ਨਾ, ਗਾਉਣ ਦੇ ਵਿੱਚ, ਜਿਵੇਂ ਮੈਂ ਉਚਾਰਨ ਪਹਿਲਾਂ ਕਰ ਰਿਹਾ ਸੀ, ਉਦੋਂ ਕਈ ਵਾਰ ਝੁਕਾਅ ਹੋੜੇ ਵੱਲ ਹੋ ਜਾਂਦਾ ਹੈ। ਪਰ ਕੋਸ਼ਿਸ਼ ਕਰਨੀ ਹੈ ਜਦੋਂ ਆਮ ਪਾਠ ਕਰਨਾ ਹੈ ਇਹਦਾ ਰਥਵਾਹ ਔਂਕੜ ਦੀ ਬਿਲਕੁਲ ਛੋਟੀ ਜਿਹੜੀ ਆਵਾਜ਼ ਹੁੰਦੀ ਹੈ। ਸਤਿਗੁਰੂ ਕਹਿ ਲਗੇ ਨਾਨਕ ਮੇਰ ਸਰੀਰ ਕਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਹੇ ਭਾਈ, ਮਨੁੱਖਾ ਸਰੀਰ ਜਿਹੜਾ ਹੈ ਇਹ ਸਾਰਿਆਂ ਤੋਂ ਉੱਤਮ ਹੈ, ਸਾਰਿਆਂ ਤੋਂ ਵੱਡਾ ਹੈ, ਸਾਰਿਆਂ ਤੋਂ ਚੰਗਾ ਹੈ। ਇੱਕ ਰਥ ਇੱਕ ਰਥਵਾਹ ਕਹਿੰਦੇ ਜਿਹੜਾ ਇਹ ਮਨੁੱਖਾ ਸਰੀਰ ਸਭ ਤੋਂ ਸਰਬੋਤਮ ਹੈ ਨਾ, ਅਸਲ ਦੇ ਵਿੱਚ ਇਹ ਇੱਕ ਰਥ ਦੀ ਨਿਆਈ ਹੈ। ਸਤਿਗੁਰਾਂ ਨੇ ਇੱਥੇ ਇਹਨੂੰ ਰਥ ਕਿਹਾ ਹੈ। ਰਥਵਾਹ ਰਥਵਾਹ ਕਹਿੰਦੇ ਨੇ ਜਿਹੜਾ ਰਥ ਨੂੰ ਚਲਾਉਂਦਾ ਪਿਆ ਹੈ। ਅੱਜ ਦੀ ਭਾਸ਼ਾ 'ਚ ਸ਼ਬਦ ਕਰਦੇ ਅਰਥ ਕਰ ਲਈਏ, ਰਥ ਕਹਿ ਦਈਏ ਅੱਜ ਦੀ ਕੋਈ ਗੱਡੀ ਹੋ ਗਈ, ਸਾਡਾ ਵਹੀਕਲ ਹੋ ਗਿਆ ਆਉਣ ਜਾਣ ਦਾ। ਰਥਵਾਹ ਹੋ ਗਿਆ ਉਹਨੂੰ ਚਲਾਉਣ ਵਾਲਾ, ਉਹਦਾ ਚਾਲਕ, ਉਹਦਾ ਡਰਾਈਵਰ। ਸਤਿਗੁਰੂ ਕਹਿਣ ਲੱਗੇ ਹੇ ਭਾਈ, ਜਿਹੜਾ ਮਨੁੱਖਾ ਸਰੀਰ ਹੈ ਨਾ, ਇਹ ਇੱਕ ਰਥ ਦੀ ਨਿਆਈ ਹੈ, ਇੱਕ ਗੱਡੀ ਦੀ ਨਿਆਈ ਹੈ। ਤੇ ਜਿਹੜੀ ਵਿੱਚ ਆਤਮਾ ਸਫ਼ਰ ਕਰਦੀ ਹੈ, ਇਹ ਸਤਿਗੁਰੂ ਕਹਿੰਦੇ ਇਹਦਾ ਚਾਲਕ ਹੈ, ਇਹ ਇਹਨੂੰ ਚਲਾਉਂਦਾ ਪਿਆ ਹੈ। ਤੇ ਯਾਦ ਰੱਖਿਓ, ਜੇ ਚਾਲਕ ਨਾ ਹੋਵੇ ਗੱਡੀ ਚੱਲੇਗੀ ਆਪਣੇ ਆਪ? ਨਹੀਂ ਚੱਲਦੀ। ਆਤਮਾ ਨਾ ਹੋਵੇ ਸਰੀਰ ਕਦੀ ਨਹੀਂ ਚੱਲਦਾ। ਦੇਖੋ ਮੈਂ ਕੱਲ੍ਹ ਵੀ ਕਿਹਾ ਸੀ, ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਕੋਈ ਵੀ ਪੱਖ ਤੋਂ ਤੁਸੀਂ ਬਾਣੀ ਲੈਂਦੇ ਜੇ ਨਾ, ਇੰਨੀ ਕੁ ਬਰੀਕੀ ਸਤਿਗੁਰਾਂ ਨੇ ਵਰਤੀ ਕਿ ਸਿੱਖ ਜਦੋਂ ਭਾਵਨਾ ਦੇ ਨਾਲ ਅਰਥ ਕਰਦਾ ਉਹਨੂੰ ਕਿਤੇ ਭੱਜਣਾ ਨਹੀਂ ਪੈਂਦਾ। ਕਈ ਮਤਾਂ ਦਾ ਇੱਦਾਂ ਦਾ ਇਤਿਹਾਸ ਬੋਲਦਿਆਂ ਸਾਨੂੰ ਸ਼ਬਦ ਚੁੱਪ ਕਰਨੇ ਪੈਂਦੇ ਨੇ ਕਿ ਇਹਦਾ ਅਰਥ ਜਵਾਬ ਕੀ ਦਈਏ। ਹੁਣ ਸਤਿਗੁਰੂ ਉਦਾਹਰਨ ਜੇ ਰਥ ਦੀ ਦਿੰਦੇ ਨੇ ਤਾਂ ਮਨ 'ਚ ਆਵੇਗਾ ਕਿ ਜੇ ਰਥ ਜਿਹੜਾ ਹੈ ਉਹ ਰਾਥੀ ਨਾ ਹੋਇਆ, ਚਲਾਉਣ ਵਾਲਾ ਨਾ, ਰਥ ਨਹੀਂ ਚੱਲ ਸਕਦਾ। ਸਤਿਗੁਰਾਂ ਨੇ ਰਾਥੀ ਜਿਹੜਾ ਚਲਾਉਣ ਵਾਲਾ ਰਥਵਾਹ ਜਿਹੜਾ ਹੈ ਉਹ ਆਤਮਾ ਨੂੰ ਬਣਾਇਆ ਹੈ। ਕਹਿਣ ਲੱਗੇ ਭਲਿਆ ਜਿਵੇਂ ਆਤਮਾ ਸਰੀਰ ਨੂੰ ਚਲਾਉਂਦੀ ਹੈ, ਇਸੇ ਤਰੀਕੇ ਦੇ ਨਾਲ ਜਿਵੇਂ ਇੱਕ ਰਥ ਜਿਹੜਾ ਉਹਨੂੰ ਰਾਥੀ ਚਲਾਉਂਦਾ ਹੈ, ਉਹਦਾ ਚਾਲਕ ਚਲਾਉਂਦਾ ਹੈ, ਇਹ ਪ੍ਰਮਾਤਮਾ ਦਾ ਬਖਸ਼ਿਆ ਹੋਇਆ ਮਨੁੱਖਾ ਜਨਮ ਜਿਹੜਾ ਇਹ ਸਰੀਰ ਜਿਹੜਾ ਇੱਕ ਰਥ ਹੈ, ਇਹਦੇ ਵਿੱਚ ਆਤਮਾ ਸਫ਼ਰ ਕਰਦੀ ਰਥਵਾਹੋ ਹੈ, ਉਹਦਾ ਚਲਾਉਣ ਵਾਲਾ ਹੈ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹ, ਜੁਗ ਜੁਗ ਫੇਰ ਵਟਾਈਆਂ। ਕਹਿੰਦੇ ਜੁਗ ਜੁਗ ਦਾ ਅਰਥ ਕਰਾਂਗੇ ਹਰੇਕ ਸਮੇਂ ਦੇ ਨਾਲ। ਕਹਿੰਦੇ ਸਮੇਂ ਸਮੇਂ ਦੇ ਵਿੱਚ ਇਹ ਜਿਹੜਾ ਰਥ ਹੈ ਅਤੇ ਜਿਹੜਾ ਰਾਥੀ ਹੈ, ਇਹ ਦੋਵੇਂ ਵਟਾਈਆਂ, ਇਹ ਦੋਵੇਂ ਬਦਲੇ ਜਾਂਦੇ ਨੇ। ਗਿਆਨੀ ਬੁੱਝੈ ਤਾਹੇ, ਕਹਿ ਲਗੇ ਕੋਈ ਗਿਆਨਵਾਨ ਸੂਝਵਾਨ ਮਨੁੱਖ ਹੀ ਇਸ ਗੱਲ ਨੂੰ ਸਮਝਦਾ ਹੈ ਕਿ ਰਥ ਤੇ ਰਾਥੀ ਜਿਹੜਾ ਹੈ, ਡਰਾਈਵਰ ਤੇ ਗੱਡੀ ਜਿਵੇਂ ਤਬਦੀਲ ਕਿਵੇਂ ਹੁੰਦੀ ਹੈ। ਮੈਂ ਇਹ ਸੋਚ ਰਿਹਾ ਸਾਂ ਵਿਚਾਰ ਤੋਂ ਪਹਿਲਾਂ ਮੈਂ ਇਹਦੇ ਅਰਥ ਕੀ ਕਰਾਂ ਕਿ ਇਹ ਜੁਗ ਜੁਗ ਫੇਰ ਵਟਾਈਏ। ਫਿਰ ਮੇਰੇ ਮਨ 'ਚ ਆਇਆ ਹਰੇਕ ਗੱਡੀ ਦਾ ਚਾਲਕ ਜਿਹੜਾ ਉਹ ਉਹਦੇ ਹਿਸਾਬ ਦੇ ਨਾਲ ਬਣਿਆ ਹੋਇਆ ਹੈ। ਤੁਸੀਂ ਦੇਖੋ ਇੱਕ ਮਨੁੱਖ ਪੁਰਾਣੇ ਸਮੇਂ 'ਚ ਸਾਈਕਲ ਚਲਾਉਂਦਾ ਹੈ, ਸਾਈਕਲ ਸਿੰਪਲ ਹੈ, ਚਲਾਉਣ ਵਾਲਾ ਵੀ ਸਿੰਪਲ ਹੋ ਗਿਆ। ਉਸ ਤੋਂ ਬਾਅਦ ਅਸੀਂ ਥੋੜ੍ਹੀ ਜਿਹੀ ਤਰੱਕੀ ਕਰਦੇ, ਕੋਈ ਮੋਟਰਸਾਈਕਲ ਲੈਂਦਾ, ਉਹਦੇ ਵਾਸਤੇ ਲਾਇਸੈਂਸ ਜ਼ਰੂਰੀ ਹੈ, ਉਹਨੂੰ ਉਹਦੀ ਨੌਲੇਜ ਹੋਣੀ ਚਾਹੀਦੀ ਹੈ। ਫਿਰ ਕੋਈ ਗੱਡੀ ਲੈਂਦਾ, ਗੱਡੀ ਦੀ ਨੌਲੇਜ ਹੋਣੀ ਚਾਹੀਦੀ ਹੈ। ਅੱਜ ਸਾਡੇ ਕੋਲ ਇਹੋ ਜਿਹੀਆਂ ਮਹਿੰਗੀਆਂ ਗੱਡੀਆਂ ਨੇ, ਕਈ ਬੜੀਆਂ ਮਹਿੰਗੀਆਂ ਗੱਡੀਆਂ ਨੇ ਜਿਨ੍ਹਾਂ ਨੂੰ ਜੇ ਤੁਸੀਂ ਖਰੀਦਦੇ ਜੇ ਤੇ ਉਹਦੇ ਡਰਾਈਵਰ ਨੂੰ ਕੰਪਨੀ ਵੱਲੋਂ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਂਦੀ, ਉਹ ਗੱਡੀ ਫਿਰ ਪ੍ਰੋਵਾਈਡ ਕਰਾਈ ਜਾਂਦੀ ਹੈ ਤੁਹਾਨੂੰ। ਇਹੋ ਜਿਹੀਆਂ ਕਈ ਜਿਹੜੀਆਂ ਨੇ ਕਈ ਮੁਲਕਾਂ ਦੇ ਵਿੱਚ ਜਾਂ ਉਹ ਇਹੋ ਜਿਹੇ ਵਾਹਨ ਤਿਆਰ ਕੀਤੇ ਨੇ ਕਿ ਉਹਨਾਂ ਦੀ ਸਪੈਸ਼ਲ ਟ੍ਰੇਨਿੰਗ ਹੈ ਡਰਾਈਵਰ ਦੀ। ਹੁਣ ਜੇ ਆਤਮਾ ਜਿਹੜੀ ਹੈ ਇਸ ਸਰੀਰ ਦੇ ਉੱਤੇ ਤਿਆਰ ਹੋ ਕੇ ਬੈਠੀ ਹੈ ਜਾਂ ਇਹ ਰਥ ਦੇ ਉੱਤੇ ਜਾ ਰਹੀ ਹੈ, ਸਤਿਗੁਰੂ ਕਹਿੰਦੇ ਇਹ ਸਮੇਂ ਦੇ ਹਿਸਾਬ ਦੇ ਨਾਲ ਰਥ ਵੀ ਬਦਲੇਗਾ ਤੇ ਇਹਦਾ ਰਥਵਾਹੋ ਜਿਹੜਾ ਚਲਾਉਣ ਵਾਲਾ ਚਾਲਕ ਹੈ ਉਹ ਵੀ ਬਦਲੇਗਾ। ਇਹ ਅੱਗੇ ਥਾ ਸਤਿਗੁਰਾਂ ਨੇ ਸਮਝਾਉਣਾ। ਪਹਿਲੀਆਂ ਦੋ ਪੰਕਤੀਆਂ ਸਮਝ ਲਈਏ, ਗਾਂ ਅਗਲੇ ਸ਼ਬਦ ਦੇ ਅਰਥ ਕਰਨੇ ਸੌਖੇ ਹੋ ਜਾਣਗੇ। ਨਾਨਕ ਮੇਰ ਸਰੀਰ ਕਾ, ਹੇ ਨਾਨਕ, ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ, ਮਨੁੱਖਾ ਸਰੀਰ ਸਭ ਤੋਂ ਉੱਤਮ ਹੈ, ਸਾਰਿਆਂ ਤੋਂ ਵੱਡਾ। ਇੱਕ ਰਥ ਇੱਕ ਰਥਵਾਹ,
ਮਨੁੱਖਾ ਸਰੀਰ ਜਿਹੜਾ ਇੱਕ ਰੱਥ ਦੀ ਨਿਆਈ ਆਤਮਾ ਚਾਲਕ ਹੈ, ਜੁਗ ਜੁਗ ਫੇਰ ਵਟਾਈਏ। ਹੁਣ ਜਿਉਂ ਜਿਉਂ ਸਰੀਰ ਵਟੇਗਾ ਇਹਦੀ ਆਤਮਾ ਵੀ ਤਬਦੀਲ ਹੋਵੇਗੀ। ਗਿਆਨੀ ਬੁੱਝੈ ਤਾਂ ਇਹ ਕਹਿੰਦੇ ਇਹਨੂੰ ਕੋਈ ਗਿਆਨਵਾਨ ਮਨੁੱਖ ਹੀ ਸਮਝ ਸਕਦਾ ਹੈ। ਹੁਣ ਉਹ ਰੱਥ ਤੇ ਰਾਥੀ ਕਿਵੇਂ ਬਦਲਦਾ ਹੈ? 4 ਯੁੱਗਾਂ ਦੇ ਨਾਲ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਨੇ। ਕਹਿੰਦੇ 7 ਯੁੱਗ, ਕਹਿੰਦੇ ਭਲਿਆ 7 ਯੁੱਗ ਦਾ ਸਮਾਂ ਆ ਗਿਆ। ਇਹ ਰੱਥ ਸੰਤੋਖ ਕਾ, ਕਹਿੰਦੇ ਜਿਹੜਾ ਸਰੀਰ ਹੈ ਜਾਂ ਜਿਹੜਾ ਰੱਥ ਹੈ ਇਹ ਸੰਤੋਖ ਦਾ ਬਣ ਗਿਆ 7 ਯੁੱਗ ਦੇ ਸਮੇਂ ਦੇ ਵਿੱਚ। ਧਰਮ ਅੱਗੇ ਰਥਵਾਹੁ, ਤੇ ਇਹਨੂੰ ਜਿਹੜਾ ਚਲਾਉਣ ਵਾਲਾ ਹੈ ਉਹ ਧਰਮੀ ਹੈ। ਫਿਰ ਇਹਨੂੰ ਧਿਆਨ ਦਿਓ, ਮੈਂ ਜਿਵੇਂ ਪਹਿਲਾਂ ਹੀ ਗੱਲ ਰਿਪੀਟ ਕਰ ਦਿੱਤੀ, ਡਰਾਈਵਰ ਜਿਹੜਾ ਹੈ ਉਹ ਜਦੋਂ ਉਹਦਾ ਚਾਲਕ, ਗੱਡੀ ਦਾ ਚਾਲਕ ਡਰਾਈਵਰ ਨੂੰ ਉਹਦੀ ਲਿਆਕਤ ਵੇਖ ਕੇ ਰੱਖਦਾ ਹੈ। ਜਿਹੋ ਜਿਹਾ ਚਾਲਕ ਹੋਵੇਗਾ ਉਹ ਉਹੋ ਜਿਹੀ ਗੱਡੀ ਚਲਾਵੇਗਾ। ਇੱਕ ਐਰੋਪਲੇਨ ਚਲਾਉਂਦਾ ਹੈ, ਉਹ ਉੱਠ ਕੇ ਆਖੇਗਾ ਮੈਂ ਜਹਾਜ਼ ਚਲਾ ਰਿਹਾ ਤੇ ਆਣ ਕੇ ਸਾਈਕਲ ਚਲਾ ਲਾਂ। ਉਹਨੇ ਆਖਣਾ ਮੇਰੀ ਆਪਣੀ ਲਿਆਕਤ ਹੈ। ਸਾਈਕਲ ਚਲਾਉਣ ਵਾਲਾ ਜਹਾਜ਼ ਨਹੀਂ ਚਲਾ ਸਕਦਾ, ਉਹਦੀ ਆਪਣੀ ਸਟੱਡੀ ਹੈ। ਹੁਣ ਜਿਹੜਾ ਮਨੁੱਖ ਧਰਮ ਨੂੰ ਕਮਾਉਂਦਾ ਹੈ ਨਾ, ਆਤਮਾ ਨੇ ਧਰਮ ਕਮਾਉਣਾ ਹੈ। ਇੱਥੇ ਸਤਿਗੁਰੂ ਕਹਿਣ ਲੱਗੇ ਧਰਮ ਅੱਗੇ ਰਥਵਾਹੁ, ਚਲਾਉਣਾ ਧਰਮ ਨੇ ਹੈ ਨਾ ਰੱਥ ਨੂੰ। ਧਰਮ ਮਨੁੱਖ ਨੇ ਕਮਾਉਣਾ, ਆਤਮਾ ਨੇ ਧਰਮ ਕਮਾਉਣਾ ਹੈ। ਧਰਮ ਤਾਂ ਕਮਾਇਆ ਜਾਣਾ ਜੇ ਸਰੀਰ ਸੰਤੋਖੀ ਹੋਵੇਗਾ। ਤੇ ਇਹਨੂੰ ਫੇਰ ਸਮਝਿਓ, ਸਤਜੁਗ ਰੱਥ ਸੰਤੋਖ ਕਾ, ਕਹਿੰਦੇ ਸਤਜੁਗ ਦੇ ਵਿੱਚ ਇਹ ਉਹਨਾਂ ਦਾ ਸਤਿਗੁਰੂ ਸਿਧਾਂਤ ਦੱਸ ਰਹੇ ਨੇ। ਇਹ ਮੈਂ ਪਹਿਲਾਂ ਬੇਨਤੀ ਕਰ ਦਿੱਤੀ, ਗੁਰਮਤਿ ਇਹਨਾਂ ਯੁੱਗਾਂ ਨੂੰ, ਫਲਸਫੇ ਨੂੰ ਨਹੀਂ ਮੰਨਦਾ। ਸਤਜੁਗ ਦਾ ਸਮਾਂ ਆਇਆ। ਸਤਜੁਗ ਦੇ ਵਿੱਚ ਸਤਿਗੁਰੂ ਕਹਿੰਦੇ ਲੋਕ ਜਿਹੜੇ ਧਰਮੀ ਸਨ, ਆਤਮਾ ਬੜੀਆਂ ਪਵਿੱਤਰ ਹੁੰਦੀਆਂ ਸਨ, ਪਰ ਜਿਹੜਾ ਧਰਮ ਹੈ ਉਹ ਗੁਰਮੁਖੋ ਸੰਤੋਖ ਤੋਂ ਬਿਨਾਂ ਨਹੀਂ ਕਮਾਇਆ ਜਾਂਦਾ। ਜਿਹੜੀ ਧਰਮ ਦੀ ਆਤਮਾ ਨੇ ਸਫ਼ਰ ਤੈਅ ਕਰਨਾ ਹੈ ਉਹਦੇ ਵਾਸਤੇ ਸਤਿਗੁਰੂ ਕਹਿੰਦੇ ਜਿਹੜਾ ਰੱਥ ਉਹ ਸੰਤੋਖ ਦਾ ਹੁੰਦਾ ਹੈ। ਇੱਥੇ ਮੈਂ ਇੱਕ ਬਰੀਕੀ ਦੇ ਨਾਲ ਹੋਰ ਬੇਨਤੀ ਕਰ ਦੇਵਾਂ, ਇਹ ਜਦੋਂ ਮਨੁੱਖ ਦਾ ਜਨਮ ਹੁੰਦਾ ਹੈ ਨਾ, ਜਨਮ ਤੋਂ ਪਹਿਲਾਂ ਜਦੋਂ ਮਾਤ ਗਰਭ ਦੇ ਵਿੱਚ ਇਹ ਪਹਿਲਾਂ ਸਾਡਾ ਸਰੀਰ ਤਿਆਰ ਹੁੰਦਾ ਹੈ, ਉਸ ਤੋਂ ਬਾਅਦ ਵਿੱਚ ਰੂਹ ਆਉਂਦੀ ਹੈ। ਤੇ ਯਾਦ ਰੱਖਿਓ ਰੂਹ ਜਿਹੜੀ ਉਹ ਸਰੀਰ ਦੇ ਹਿਸਾਬ ਦੇ ਨਾਲ ਆਉਂਦੀ ਹੈ। ਜੇ ਸਰੀਰ ਗੰਦਲਾ ਹੈ ਤੇ ਰੂਹ ਵੀ ਮਲੀਨ ਆਵੇਗੀ। ਪਵਿੱਤਰ ਰੂਹ ਮਾੜਿਆਂ ਸਰੀਰਾਂ ਦੇ ਵਿੱਚ ਨਹੀਂ ਆਉਂਦੀ। ਇਹ ਥੋੜਾ ਜਿਹਾ ਬਰੀਕੀ ਵਾਲਾ ਵਿਸ਼ਾ, ਇਹਨੂੰ ਮੈਂ ਫੇਰ ਸਮਝਾ ਦੇਣਾ। ਸਰੀਰ ਜਿਹੜਾ ਸਾਨੂੰ 5 ਭੂਤਕ ਸਰੀਰ ਮਾਤਾ ਪਿਤਾ ਦੇ ਸੁਮੇਲ ਤੋਂ ਮਿਲਦਾ ਹੈ। ਜੇ ਮਾਂ ਬਾਪ ਬੰਦਗੀ ਵਾਲਾ ਹੋਵੇਗਾ, ਨਾਮ ਸਿਮਰਨ ਵਾਲਾ ਹੋਵੇਗਾ, ਉਹਨਾਂ ਦੇ ਘਰ ਦੇ ਵਿੱਚ ਪੈਦਾ ਹੋਣ ਵਾਲਾ ਜਿਹੜਾ ਬੱਚਾ ਹੈ ਉਹ ਧਰਮੀ ਹੋਵੇਗਾ। ਜਿਹੜਾ ਮਾਂ ਬਾਪ ਮਲੀਨਤਾ ਦੇ ਵਿੱਚ ਹੈ, ਜਿਹਦੀ ਜ਼ਿੰਦਗੀ ਆਪ ਜਿਹੜੀ ਕੁਰਾਹੇ ਪਈ ਹੋਈ ਹੈ, ਉਹਨਾਂ ਦੇ ਘਰ 'ਚ ਪੈਦਾ ਹੋਣ ਵਾਲਾ ਜਿਹੜਾ ਬੱਚਾ ਉਹ ਵੀ ਕੁਰਾਹੇ ਪਿਆ ਹੋਵੇਗਾ। ਜਿਹੋ ਜਿਹਾ ਰੱਥ ਹੈ ਰਥਵਾਹੁ, ਉਹਦਾ ਰਾਥੀ ਵੀ ਉਹੋ ਜਿਹਾ ਆਵੇਗਾ। ਜਿਹੋ ਜਿਹੀ ਗੱਡੀ ਉਹਦਾ ਡਰਾਈਵਰ ਵੀ ਉਹੋ ਜਿਹਾ ਆਉਣਾ ਹੈ। ਹੁਣ ਸਤਿਗੁਰੂ ਇੱਥੇ ਸੰਤੋਖ ਦੀ ਗੱਲ ਕਰ ਰਹੇ ਨੇ। ਕਹਿੰਦੇ ਕਿ ਇਹ ਸਰੀਰ ਨੂੰ ਸੰਤੋਖੀ ਹੋਣਾ ਬਹੁਤ ਲਾਜ਼ਮੀ ਹੈ ਜੇ ਤੂੰ ਧਰਮ ਨੂੰ ਕਮਾਉਣਾ ਹੈ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦਾ ਬੜਾ ਪਿਆਰਾ ਫੈਸਲਾ ਹੈ। ਕਹਿਣ ਲੱਗੇ ਜੇ ਕੋਈ ਮਨੁੱਖ ਕਵੇ ਮੈਂ ਪਦਾਰਥਾਂ ਦੇ ਨਾਲ ਰੱਜ ਲਵਾਂ, ਤੇ ਪਦਾਰਥਾਂ ਦੇ ਨਾਲ ਨਹੀਂ ਜੇ ਰੱਜਿਆ ਜਾਂਦਾ। ਮਨੁੱਖ ਦੀ ਤ੍ਰਿਸ਼ਨਾ ਕਦੀ ਖਤਮ ਨਹੀਂ ਹੁੰਦੀ। ਸਤਿਗੁਰੂ ਕਹਿੰਦੇ ਜੇ ਕੋਈ ਅੱਜ ਤੱਕ ਰੱਜਿਆ ਹੈ ਉਹ ਸੰਤੋਖ ਦੇ ਨਾਲ ਰੱਜਿਆ, ਬਿਨਾਂ ਸੰਤੋਖ ਨਹੀਂ ਕੋਈ ਰਾਜੈ। ਤੇ ਜਿੰਨਾ ਚਿਰ ਸੰਤੋਖ ਨਹੀਂ ਨਾ ਤੁਹਾਨੂੰ ਪਦਾਰਥਾਂ ਵੱਲੋਂ ਨਹੀਂ ਆਉਂਦਾ, ਤੁਸੀਂ ਪਰਮਾਰਥ ਵਾਲੇ ਪਾਸੇ ਨਹੀਂ ਜਾ ਸਕਦੇ। ਜਿਹਦੀ ਸੁਰਤ ਅਜੇ ਪਦਾਰਥਾਂ 'ਤੇ ਟਿਕੀ ਹੋਈ ਹੈ ਉਹ ਪਰਮਾਰਥ ਨੂੰ ਕਿੱਥੋਂ ਪੈਰ ਪੁੱਟੇਗਾ। ਜਿਹੜਾ ਅਜੇ ਸੰਸਾਰ 'ਚ ਅੜਿਆ ਹੋਇਆ ਉਹ ਨਿਰੰਕਾਰ ਵਾਲੇ ਪਾਸੇ ਕਿੱਥੋਂ ਜਾਵੇਗਾ। ਜਿਹੜਾ ਅਜੇ ਪਰਿਵਾਰ ਦੇ ਵਿੱਚ ਖਚਿਤ ਹੈ ਉਹ ਪਰਵਦਗਾਰ ਵਾਲੇ ਪਾਸੇ ਕਿਵੇਂ ਜਾਵੇਗਾ। ਜਿਹੜਾ ਅਜੇ ਦੁਨੀਆ ਦੇ ਵਿੱਚ ਖਚਿਤ ਹੈ ਉਹ ਦੀਨ ਵਾਲੇ ਪਾਸੇ ਕਦੋਂ ਤੁਰੇਗਾ। ਇਸ ਕਰਕੇ ਜੇ ਤੂੰ ਧਰਮ ਕਮਾਉਣਾ ਹੈ, ਸਤਿਗੁਰੂ ਕਹਿੰਦੇ ਤੇਰੇ ਵਾਸਤੇ ਸੰਤੋਖ ਹੋਣਾ ਬਹੁਤ ਜ਼ਰੂਰੀ ਹੈ। ਤੇ ਮਾਫ ਕਰਨਾ, ਸੰਤੋਖ ਇਕੱਲਾ ਪੈਸੇ ਦਾ ਨਹੀਂ ਹੁੰਦਾ। ਇੱਕ ਚਲੋ ਮਨੁੱਖ ਇਹ ਹੈ ਉਹਨੂੰ ਜੱਦੀ ਪੁਸ਼ਤੀ ਧਨ ਦੌਲਤ ਮਿਲ ਗਈ, ਜਾਇਦਾਦ ਮਿਲ ਗਈ, ਬਹੁਤ ਮਾਇਆ ਹੈ, ਉਹ ਕਹਦੇ ਜੀ ਮੈਂ ਸੰਤੋਖੀ ਹਾਂ। ਸੰਤੋਖ ਇਕੱਲੇ ਮਾਇਆ ਦਾ ਨਹੀਂ। ਉਹ ਠੀਕ ਹੈ ਨਾ ਕਮਾਵੇ, ਉਹਦੇ ਕੋਲ ਵਿਆਜ ਤੁਰਿਆ ਹੁੰਦਾ। ਕਈ ਲੋਕ ਇਹੋ ਜਿਹੇ ਨੇ ਵਿਆਜੀ ਪੈਸੇ ਦੇਈ ਜਾਂਦੇ, ਵਿਆਜ ਉਹਨਾਂ ਦਾ ਸਰਕਲ ਚੱਲਦਾ ਜਾਂਦਾ ਹੈ। ਸੰਤੋਖ ਇਕੱਲਾ ਪੈਸੇ ਦਾ ਨਹੀਂ, ਸੰਤੋਖ ਸਾਡੀ ਜ਼ੁਬਾਨ ਦਾ ਵੀ ਹੈ, ਸੰਤੋਖ ਸਾਡੇ ਕੰਨਾਂ ਦਾ ਵੀ ਹੈ, ਸੰਤੋਖ ਸਾਡੀਆਂ ਅੱਖਾਂ ਦਾ ਵੀ ਹੈ, ਸੰਤੋਖ ਹੱਥਾਂ ਦਾ ਵੀ ਹੈ, ਸੰਤੋਖ ਪੈਰਾਂ ਦਾ ਵੀ ਹੈ। ਮੁੱਕ ਦੀ ਗੱਲ, ਜਿਹਦਾ ਮਨ ਸੰਤੋਖਿਆ ਗਿਆ ਉਹ ਮਨੁੱਖ ਧਰਮ ਨੂੰ ਕਮਾ ਸਕਦਾ। ਜਿਹਦਾ ਮਨ ਅਜੇ ਭੁੱਖਾ ਤੁਰਿਆ ਫਿਰਦਾ ਉਹ ਕਦੀ ਧਰਮ ਨੂੰ ਨਹੀਂ ਕਮਾ ਸਕਦਾ। ਹੁਣ ਸਤਿਗੁਰੂ ਕਹਿ ਰਹੇ ਨੇ ਕਿ ਸਤਜੁਗ ਰੱਥ ਸੰਤੋਖ ਕਾ, ਕਹਿਣ ਲੱਗੇ ਸਤਜੁਗ ਦਾ ਸਮਾਂ ਆਇਆ। ਸਤਜੁਗ ਦੇ ਵਿੱਚ ਜਿਹੜਾ ਰੱਥ ਹੈ, ਜਿਹੜਾ ਆਹ ਸਰੀਰ ਹੈ ਉਹ ਸੰਤੋਖੀ ਹੋਇਆ। ਧਰਮ ਅੱਗੇ ਰਥਵਾਹੁ, ਤੇ ਕਹਿੰਦਾ ਇਹਦਾ ਜਿਹੜਾ ਚਲਾਉਣ ਵਾਲਾ ਚਾਲਕ ਹੈ ਸਤਿਗੁਰੂ ਕਹਿਣ ਲੱਗੇ ਉਹ ਧਰਮੀ ਹੈ। ਇਹਦੇ ਇਉਂ ਅਰਥ ਕਰ ਲਈਏ ਧਰਮ ਅੱਗੇ ਰਥਵਾਹੁ, ਜੇ ਮਨੁੱਖ ਨੇ ਧਰਮ ਕਮਾਉਣਾ ਹੈ ਉਹਦੇ ਵਾਸਤੇ ਸੰਤੋਖੀ ਹੋਣਾ ਅਤ ਲਾਜ਼ਮੀ ਹੈ। ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਤ੍ਰੇਤੈ ਰਥ ਜਤੈ ਕਾ, ਜੋਰ ਅੱਗੇ ਰਥਵਾਹੁ।
ਜਤ ਦਾ ਅਰਥ ਹੈ ਉੱਚਾ ਸੁੱਚਾ ਆਚਰਨ, ਜੋਰ ਦਾ ਅਰਥ ਹੈ ਸੂਰਮੰਤਾਈ। ਇਹਨੂੰ ਫੇਰ ਸਮਝੀਏ, ਤ੍ਰੇਤਾ ਰਥ, ਤ੍ਰੇਤੇ ਦਾ ਸਮਾਂ ਆ ਗਿਆ। ਸਤਿਗੁਰੂ ਕਹਿੰਦੇ ਹੁਣ ਜਿਹੜਾ ਰਥ ਹੈ ਉਹ ਜਤ ਸੱਤ ਦਾ ਬਣ ਗਿਆ, ਉੱਚੇ ਸੁੱਚੇ ਜੀਵਨ ਦਾ। ਕਰੈਕਟਰ ਇਖਲਾਕ ਲੋਕਾਂ ਦਾ ਬੜਾ ਉੱਚਾ ਸੁੱਚਾ ਸੀ, ਅੱਜ ਤੇ ਕਰੈਕਟਰ ਕਿਸੇ ਦਾ ਰਿਹਾ ਨਹੀਂ ਨਾ। ਅੱਜ ਜਿਹੜੇ ਸਰੀਰ ਨੇ 5-5 700 ਰੁਪਏ ਦੇ ਉੱਤੇ ਵਿਕਦੇ ਪਏ ਨੇ। ਲੋਕਾਂ ਦੀ ਜ਼ਮੀਰ ਜਿਹੜੀ ਹੈ ਇਲੈਕਸ਼ਨਾਂ ਦੇ ਵਿੱਚ ਸ਼ਰਾਬ ਦੀ ਬੋਤਲ ਪਿੱਛੇ 100-100 ਰੁਪਏ ਪਿੱਛੇ ਵਿਕਦੀ ਪਈ ਹੈ। ਅੱਜ ਮਨੁੱਖ ਨੂੰ ਖਰੀਦਣਾ ਕੋਈ ਔਖਾ ਨਹੀਂ ਹੈ, ਤੁਰਿਆ ਜਾਂਦਾ ਤੁਸੀਂ ਮਨੁੱਖ 150 ਜਿੰਨੀ ਕੁ ਕੀਰੀ ਔਕਾਤ ਉਹ ਵਿਕ ਜਾਂਦਾ ਹੈ। ਸਤਿਗੁਰੂ ਕਹਿੰਦੇ ਜਿਹੜਾ ਇਹ ਤ੍ਰੇਤੇ ਦਾ ਸਮਾਂ ਸੀ ਨਾ, ਉਦੋਂ ਉੱਚਾ ਸੁੱਚਾ ਆ ਜੀਵਨ ਹੁੰਦਾ ਸੀ। ਬੰਦਾ ਜ਼ੁਬਾਨ ਦਾ ਪੱਕਾ ਹੁੰਦਾ ਸੀ, ਜਿਹੜੀ ਗੱਲ ਕਰ ਦੇਣੀ ਉਹਦੇ ਤੇ ਪਹਿਰਾ ਦਿੰਦਾ ਸੀ ਨਾ। ਇਹ ਤ੍ਰੇਤਾ ਰਥ ਜਤੇ ਕਾ, ਕਹਿੰਦੇ ਜਤ ਸੱਤ ਦਾ ਇਹ ਸਰੀਰ ਹੈ। ਤੇ ਜੋਰ ਅੱਗੇ ਰਥਵਾਹੋ, ਜੋਰ ਦਾ ਅਰਥ ਕਰਤਾ ਹੈ ਮੈਂ ਸੂਰਮੰਤਾਈ। ਯਾਦ ਰੱਖਿਓ, ਜਿਹਨੇ ਸੂਰਮਾ ਬਣਨਾ ਹੈ, ਜਿਹਨੇ ਬਾਹੂਬਲੀ ਬਣਨਾ ਹੈ, ਉਹਦੇ ਵਾਸਤੇ ਉੱਚਾ ਸੁੱਚਾ ਆਚਰਨ ਰੱਖਣਾ ਬਹੁਤ ਜ਼ਰੂਰੀ ਹੈ। ਜਿਹਦਾ ਕਰੈਕਟਰਲੈਸ ਹੈ ਉਹ ਕਦੀ ਸੂਰਮਾ ਨਹੀਂ ਬਣ ਸਕਦਾ। ਇਹ ਤੁਸੀਂ ਕਦੀ ਵੀ ਥੋੜ੍ਹਾ ਜਿਹਾ ਇਹ ਵਿਸ਼ੇ ਹੀ ਇੱਦਾਂ ਦੇ ਜਿਹੜੇ ਪਲੇਅਰ ਨੇ ਸਾਡੇ, ਖਾਸ ਕਰਕੇ ਹੁਣ ਤੇ ਕਈ ਚਲੋ ਜੋ ਮਰਜ਼ੀ ਖਾ ਪੀ ਕੇ ਨਸ਼ੇ ਨੁਸ਼ੇ ਕਰਕੇ ਲੱਗ ਪੈਂਦੇ। ਜਿਹੜੇ ਅਸਲੀ ਪਲੇਅਰ ਨੇ, ਜਿਨ੍ਹਾਂ ਨੇ ਮਿਹਨਤ ਕਰਕੇ ਸਰੀਰ ਕਮਾਇਆ ਹੈ, ਉਹ ਜੀਵਨ ਨੂੰ ਬਹੁਤ ਉੱਚਾ ਸੁੱਚਾ ਕਰੈਕਟਰ ਨੂੰ ਰੱਖਦੇ ਨੇ, ਕਿਉਂਕਿ ਤਾਕਤ ਸਾਂਭ ਕੇ ਰੱਖਾਂਗੇ ਤੇ ਜਿਹੜਾ ਉਹ ਸਰੀਰ ਦੀ ਬਣਤਰ ਬਣਦੀ ਹੈ। ਜਿਹਦੇ ਕੋਲ ਸਰੀਰ ਦਾ ਜਤ ਸੱਤ ਨਹੀਂ ਹੈਗਾ ਤੇ ਉਹ ਸਰੀਰ ਜਿਹੜਾ ਪਹਿਲਵਾਨ ਨਹੀਂ ਕਦੀ ਵੀ ਕਰ ਸਕਦਾ। ਇਹ ਸੁਣ ਨੂੰ ਭਾਵੇਂ ਗੱਲ ਅਜੀਬ ਜੀ ਲੱਗੇ, ਸੱਚਾਈ ਹੈ। ਮੈਂ ਬੜੇ ਇਹੋ ਜਿਹੇ ਪਹਿਲਵਾਨਾਂ ਨੂੰ ਜਾਣਦਾ ਜਿਨ੍ਹਾਂ ਦਾ ਜੀਵਨ ਬੜਾ ਉੱਚਾ ਸੁੱਚਾ ਸੀ ਕਰੈਕਟਰ ਫਿਜ਼ੀਕਲ ਤੌਰ ਤੇ। ਸਤਿਗੁਰੂ ਕਹਿੰਦੇ ਜਿਹਨੇ ਸੂਰਮਾ ਬਣਨਾ ਹੈ ਨਾ, ਉਹਦੇ ਵਾਸਤੇ ਆਪਣੀ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕਣਾ ਅਤ ਲਾਜ਼ਮੀ ਹੈ। ਇਹਦੇ ਦੋਨੇ ਹੀ ਅਰਥ ਕਰਾਂਗੇ। ਇੱਕ ਬਾਹਰੀ ਤੌਰ ਤੇ ਜੇ ਤੂੰ ਸੂਰਮਾ ਬਣਨਾ ਹੈ, ਬਾਹੂਬਲੀ ਬਣਨਾ ਹੈ, ਤਾਂ ਵੀ ਇੰਦਰੀਆਂ ਵੱਲੋਂ ਰੋਕਣਾ ਜ਼ਰੂਰੀ ਹੈ। ਜੇ ਰੂਹਾਨੀਅਤ ਕਮਾਉਣ ਵਾਸਤੇ ਵਿਕਾਰਾਂ ਦੇ ਟਾਕਰੇ ਦਾ ਸੂਰਮਾ ਬਣਨਾ ਹੈ, ਤਾਂ ਵੀ ਤੇਰੇ ਵਾਸਤੇ ਜਤ ਸਤ ਹੋਣਾ ਬਹੁਤ ਜ਼ਰੂਰੀ ਹੈ। ਸਤਿਗੁਰੂ ਕਹਿੰਦੇ ਤ੍ਰੇਤੇ ਦਾ ਸਮਾਂ ਆਇਆ, ਤ੍ਰੇਤਾ ਰਥ ਜਤੇਗਾ। ਕਹਿੰਦੇ ਤ੍ਰੇਤੇ ਦੇ ਵਿੱਚ ਇਹ ਜਿਹੜਾ ਸਰੀਰ ਚੇਂਜ ਹੋ ਰਿਹਾ ਹੈ, ਇਹ ਜਿਹੜਾ ਮਨੁੱਖ ਦਾ ਇਹ ਰਥ ਉਹ ਚੇਂਜ ਹੋ ਰਿਹਾ, ਜਤ ਦਾ ਰਥ ਹੋ ਗਿਆ, ਉੱਚਾ ਸੁੱਚਾ ਜੀਵਨ ਹੋ ਗਿਆ। ਇਹਦੇ ਤੇ ਜਿਹੜੀ ਆਤਮਾ ਸਫ਼ਰ ਕਰਦੀ ਹੈ, ਜੋਰ ਅੱਗੇ ਰਥਵਾਹੋ, ਉਹ ਬੜੀ ਬਲਵਾਨ ਹੈ, ਬਹੁਤ ਤਾਕਤਵਰ ਮੰਨੀ ਜਾਂਦੀ ਹੈ। ਅੱਗੇ ਸਤਿਗੁਰੂ ਕਹਿ ਦੁਆਪਰ ਰਥ ਤਪੈ ਕਾ, ਸਤ ਅੱਗੇ ਰਥਵਾਹੋ। ਤਪੇ ਦਾ ਅਰਥ ਹੈ ਤਪ ਸਾਧਨਾ ਕਰਨੀ। ਸਤ ਦਾ ਅਰਥ ਜਿਹੜਾ ਇੱਥੇ ਦਾਨ ਪੁੰਨ ਕੀਤਾ ਗਿਆ ਹੈ। ਕੁਝ ਵਿਦਵਾਨਾਂ ਨੇ ਸੱਚ ਵੀ ਕੀਤਾ, ਪਰ ਦਾਨ ਪੁੰਨ ਜ਼ਿਆਦਾ ਫਿੱਟ ਪਏਗਾ। ਹੁਣ ਦੁਆਪਰ ਦਾ ਸਮਾਂ ਆਇਆ ਤੇ ਜਿਸ ਮਨੁੱਖ ਨੇ ਦਾਨ ਪੁੰਨ ਕਰਕੇ ਪ੍ਰਮਾਤਮਾ ਨੂੰ ਰਿਝਾਉਣਾ ਹੈ, ਸਤਿਗੁਰੂ ਕਹਿੰਦੇ ਉਹ ਜਿਹੜਾ ਤਪ ਦੇ ਰਥ ਦੇ ਉੱਤੇ ਸਵਾਰ ਹੈ। ਕਿਉਂਕਿ ਇੰਦਰੀਆਂ ਦਾ ਤਪ ਹੋਵੇਗਾ, ਸਾਡੇ ਕੋਲ ਉੱਚਾ ਸੁੱਚਾ ਜੀਵਨ ਹੋਵੇਗਾ, ਜੀਵਨ ਤੋਂ ਬਾਅਦ ਤਪ ਹੋਵੇਗਾ ਜਿਹੜਾ ਨਾਮ ਸਿਮਰਨ ਦਾ, ਤਾਂ ਹੀ ਮਨੁੱਖ ਦਾਨ ਪੁੰਨ ਕਰ ਸਕਦਾ। ਜਿਹਦੇ ਅੰਦਰ ਸਿਮਰਨ ਨਹੀਂ, ਬੰਦਗੀ ਨਹੀਂ, ਜਿੰਨਾ ਮਰਜ਼ੀ ਧਨਾੜ ਹੋਵੇ, ਉਹ ਕਦੀ ਦਾਨ ਪੁੰਨ ਨਹੀਂ ਕਰ ਸਕਦਾ। ਤੁਸੀਂ ਆਮ ਵੇਖਣਾ ਇਹ ਜਿਹੜਾ ਦਾਨ ਪੁੰਨ ਹੈ ਨਾ, ਇਹ ਪੈਸੇ ਦੇ ਨਾਲ ਨਹੀਂ, ਇਹ ਦਿਲ ਦੇ ਨਾਲ ਕੀਤਾ ਜਾਂਦਾ ਹੈ। ਪੈਸੇ ਨਾਲ ਬਹੁਤ ਅਮੀਰ ਲੋਕ ਨੇ ਜਿਹੜੇ ਕੰਜੂਸ ਨੇ। ਬਾਣੀ ਕਹਿੰਦੀ ਹੈ ਕਿ ਕੰਜੂਸਾਂ ਨੂੰ ਪ੍ਰਮਾਤਮਾ ਨੇ ਧਨ ਦਿੱਤਾ ਹੀ ਸਾਂਭਣ ਵਾਸਤੇ। ਇਹੋ ਜਿਹੇ ਲੋਕ ਨੇ ਸਾਰੀ ਉਮਰ ਧਨ ਜੋੜਦੇ ਹੀ ਮਰ ਜਾਂਦੇ ਨੇ, ਨਾ ਆਪ ਪੈਸੇ ਨੂੰ ਖਰਚਦੇ ਨੇ, ਨਾ ਆਪਣੀ ਔਲਾਦ ਨੂੰ ਖਰਚਣ ਦਿੰਦੇ ਨੇ। ਦਾਨ ਪੁੰਨ ਕਿੱਥੋਂ ਕਰਨਾ ਹੈ? ਇਸ ਕਰਕੇ ਜੇ ਕੋਈ ਦਾਨ ਪੁੰਨ ਕਰਦਾ ਹੈ, ਇਹਦਾ ਮਤਲਬ ਇਹ ਨਹੀਂ ਉਹ ਅਮੀਰ ਹੋਵੇ, ਉਹਦੀ ਦਿਲ ਦੀ ਅਮੀਰੀ ਹੈ। ਤਾਂ ਹੀ ਉਹ ਬਾਣੀ ਨੇ ਜਦੋਂ ਭਗਤ ਦੀ ਪਰਿਭਾਸ਼ਾ ਦਿੱਤੀ ਨਾ, ਸਤਿਗੁਰਾਂ ਨੇ ਕਿਹਾ ਸੀ ਭਗਤ ਉਹ ਹੈ ਜਿਹਦੇ ਕੋਲ ਕੁਛ ਨਹੀਂ ਹੈਗਾ, ਕੁਛ ਨਹੀਂ ਹੁੰਦੇ ਹੋਏ ਨੂੰ ਵੀ ਜਿਹੜਾ ਵੰਡ ਕੇ ਖਾਂਦਾ, ਉਹਦੇ ਨਾਲ ਦਾ ਦਾਨੀ ਕੋਈ ਨਹੀਂ ਹੈ। ਮਤ ਹੁੰਦੀ ਹੋਏ ਇਹ ਆਣਾ, ਤਾਨ ਹੁੰਦੇ ਹੋਏ ਨਤਾਨਾ, ਅਨ ਹੁੰਦਾ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਜੇ ਕੋਈ ਦਾਨ ਪੁੰਨ ਕਰਦਾ ਉਹਦੇ ਜੇ ਮਨ 'ਚ ਕਿਸੇ ਦੇ ਦਾਨ ਪੁੰਨ ਹੈ ਨਾ, ਇਹਦਾ ਭਾਵ ਇਹ ਨਹੀਂ ਕਿ ਤੁਹਾਡੇ ਵਾਸਤੇ ਜਿਹੜਾ ਹੈ ਉਹ ਪੈਸਾ ਹੋਣਾ ਅਤ ਲਾਜ਼ਮੀ ਹੈ। ਅੰਦਰ ਭਾਵਨਾ ਹੋਣੀ ਚਾਹੀਦੀ। ਚਲੋ ਇੱਥੇ ਵਿਸ਼ਾ ਆ ਗਿਆ, ਮੈਂ ਇੱਕ ਉਦਾਹਰਨ ਦੇ ਦੇਣਾ ਅੱਜ ਦੇ ਸਮੇਂ ਦੇ ਵਿੱਚ ਦਾਨ ਪੁੰਨ ਦੀ। ਸਮਝਣੀ ਸੌਖੀ, ਕਈ ਵਾਰੀ ਨਾ ਸਾਡੇ ਮਨ 'ਚ ਵੀ ਹੋ ਜਾਂਦਾ ਹੈ ਕਿ ਅਸੀਂ ਗੁਰੂ ਘਰ ਵਾਸਤੇ ਜਾਂ ਸੰਗਤ ਵਾਸਤੇ ਕੋਈ ਚੀਜ਼ ਖੜੀਏ, ਦਾਨ ਪੁੰਨ ਕਰੀਏ, ਪਰ ਮਨੁੱਖ ਦੇ ਕੋਲ ਮਾਇਆ ਦੀ ਸਮਰੱਥਾ ਕੋਈ ਨਹੀਂ ਹੁੰਦੀ। ਉਹ ਦਾਨ ਪੁੰਨ ਕਰਨਾ ਤੇ ਚਾਹੁੰਦਾ, ਪਰ ਉਹਦੇ ਕੋਲ ਪੈਸਾ ਨਹੀਂ। ਮੈਂ ਦੋ ਉਦਾਹਰਨਾਂ ਤੁਹਾਨੂੰ ਇਤਿਹਾਸ ਤੋਂ ਦੇਣੀਆਂ ਚਾਹੁੰਦਾ, ਪਰ ਹੈ ਇਹ ਵਿਸ਼ਾ ਭਾਵਨਾ ਦਾ। ਇਹਨੂੰ ਜੇ ਤੇ ਅੰਦਰ ਭਾਵਨਾ ਹੈ ਤੇ ਫਿਰ ਤੁਹਾਡੇ ਤੇ ਪੂਰੀ ਫਿੱਟ ਪਵੇਗੀ। ਫਿਰ ਇਹਨੂੰ ਸੁਣਿਓ, ਜਦੋਂ ਅਸੀਂ ਕੋਈ ਵਸਤੂ ਗੁਰੂ ਘਰ 'ਚ ਲੈ ਕੇ ਆਉਂਦੇ ਹਾਂ ਨਾ, ਕੋਈ ਛਕਣ ਵਾਸਤੇ ਪਦਾਰਥ ਲਿਆਂਦਾ, ਉਹ ਸੰਗਤ ਵਾਸਤੇ ਲਿਆਂਦਾ ਜਾਂਦਾ ਹੈ। ਬੰਦੇ ਕਈ ਗੁਰਮੁਖ ਪਿਆਰੇ ਇੱਦਾਂ ਦੇ ਹੁੰਦੇ ਨੇ, ਗੁਰੂ ਨੂੰ ਬੜਾ ਪ੍ਰੇਮ ਕਰਦੇ ਨੇ। ਜਿਹੜਾ ਗੁਰੂ ਨੂੰ ਪ੍ਰੇਮ ਕਰੇਗਾ ਉਹਦਾ ਪ੍ਰੇਮ ਸੰਗਤ ਤੇ ਬਹੁਤ ਹੋਵੇਗਾ। ਜਿਹਦਾ ਸੰਗਤ ਦੇ ਨਾਲ ਪ੍ਰੇਮ ਹੈ, ਜਿਵੇਂ ਅਸੀਂ ਘਰ ਨੂੰ ਜਾਂਦੇ ਆ, ਕਹਿੰਦੇ ਨਾ ਮੈਂ ਕੁਝ ਆਹ ਖਾਣ ਨੂੰ ਲੈ ਜਾ, ਮੇਰੇ ਬੱਚੇ ਖਾਣਗੇ,
ਆਹ ਚੀਜ਼ ਲੈ ਜਾ, ਮੇਰੇ ਬੱਚੇ ਵਰਤਣਗੇ। ਫਿਰ ਉਹ ਗੁਰਮੁਖ ਪਿਆਰਾ ਕਹਿੰਦਾ ਅੱਜ ਸੰਗਤ ਦੇ ਵਿੱਚ ਆ ਲੈ ਜਾਵਾਂ, ਗੁਰੂ ਦੀ ਸੰਗਤ ਛਕੇਗੀ, ਕਿਉਂਕਿ ਉਹਦਾ ਪ੍ਰੇਮ ਸੰਗਤ ਦੇ ਨਾਲ ਹੈ। ਤੇ ਅੰਮ੍ਰਿਤ ਬਾਣੀ ਜਾਂ ਗੁਰਮਤਿ ਦਾ ਫਲਸਫਾ ਇਹ ਕਹਿੰਦਾ ਤੇਰੀ ਭਾਵਨਾ ਹੋਣੀ ਚਾਹੀਦੀ ਹੈ। ਤੂੰ ਮਨ 'ਚ ਫੁਰਨਾ ਬਣਾ ਲਈ, ਜੇ ਤੇਰੇ ਕੋਲ ਧਨ ਦੌਲਤ ਪੈਸਾ ਨਹੀਂ ਤੇ ਫੁਰਨੇ ਦੇ ਨਾਲ ਕੀਤਾ ਹੋਇਆ ਦਾਨ ਵੀ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਜੀ। ਇਹ ਮੈਂ 2 ਮਿੰਟ ਵਿਸ਼ੇ 'ਚੋਂ ਨਿਕਲਿਆ, ਪਰ ਇਹਦੇ ਚਲੋ ਇਹਦੇ ਨਾਲ ਗੱਲ ਰਲ ਗਈ ਸੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਇਹ ਅਕਬਰ ਕਹਿੰਦਾ ਕਿ ਤੁਸੀਂ ਜਿਹੜਾ ਹੈ ਉਹ ਇਸ ਗੱਲ ਦਾ ਸ਼ਿਕਾਇਤਾਂ ਹੋਈਆਂ ਸਨ ਗੁਰੂ ਗ੍ਰੰਥ ਸਾਹਿਬ ਦੇ ਬਾਰੇ, ਅੰਮ੍ਰਿਤ ਬਾਣੀ ਬਾਰੇ, ਤੇ ਕਹਿੰਦੇ ਸਾਨੂੰ ਸਪਸ਼ਟੀਕਰਨ ਦਿਓ। ਲਾਹੌਰ ਦੀ ਧਰਤੀ ਦੇ ਉੱਤੇ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸਪਸ਼ਟੀਕਰਨ ਦੇਣ ਜਾਂਦੇ ਨੇ ਭਾਈ ਜੇਠੇ ਦੇ ਰੂਪ ਦੇ ਵਿੱਚ। ਅਜੇ ਗੁਰੂ ਨਹੀਂ ਬਣੇ। ਗੁਰਤਾ ਗੱਦੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਤਿਹਾਸ ਨੇ 2 ਘਟਨਾਵਾਂ ਸਾਂਭੀਆਂ ਹੋਈਆਂ ਨੇ। ਜਦੋਂ ਵਾਪਸ ਆ ਰਹੇ ਨੇ ਤੇ ਰਸਤੇ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਜਿਹੜੇ ਨੇ ਉਹ ਇੱਕ ਕੁੜਤਾ ਦੁਕਾਨ ਤੇ ਟੰਗਿਆ ਵੇਖਦੇ ਨੇ, ਬੜਾ ਸੋਹਣਾ ਕੁੜਤਾ ਸੀ। ਦਿਲ ਕੀਤਾ ਕਿ ਮੈਂ ਇਹ ਕੁੜਤਾ ਆਪਣੇ ਪਿਤਾ ਸਤਿਕਾਰਯੋਗ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਵਾਸਤੇ ਲੈ ਜਾ। ਹੁਣ ਪਿਤਾ ਦਾ ਅਰਥ ਦੂਸਰਾ ਨਾ ਕਰ ਲਾ ਪਏ ਦੁਨਿਆਵੀ, ਕਿਉਂਕਿ ਉਹਨਾਂ ਵਾਸਤੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ, ਉਹ ਸਾਰਾ ਕੁਝ ਗੁਰੂ ਅਮਰਦਾਸ ਹੈ। ਚਿੱਤ ਕੀਤਾ ਮੈਂ ਗੁਰੂ ਪਿਤਾ ਵਾਸਤੇ ਧੰਨ ਗੁਰੂ ਅਮਰਦਾਸ ਵਾਸਤੇ ਕੁੜਤਾ ਲੈ ਜਾ। ਜਿਸ ਵੇਲੇ ਉਹ ਦੁਕਾਨਦਾਰ ਕੋ ਭਾਅ ਪੁੱਛਿਆ ਤੇ ਦੁਕਾਨਦਾਰ ਨੇ ਜਿਹੜਾ ਰੇਟ ਦੱਸਿਆ ਉਹਨੇ ਉਹਨਾਂ ਕੋ ਮਾਇਆ ਨਹੀਂ ਕਿ ਇਹ ਕੁੜਤਾ ਖਰੀਦ ਸਕਣ। ਪਿੱਛੇ ਹੋ ਗਏ, ਪਿੱਛੇ ਹੋ ਕੇ ਕੁੜਤੇ ਨੂੰ ਵੇਖਦੇ ਨੇ ਭਾਵਨਾ ਦੇ ਨਾਲ। ਮਨ ਸੋਚਦਾ ਹੈ ਜੇਠਿਆ ਜੇ ਅੱਜ ਤੇਰੇ ਕੋਲ ਕੁੜਤਾ ਹੁੰਦਾ, ਇਹ ਪੈਸੇ ਹੁੰਦੇ ਤੇ ਤੂੰ ਇਹ ਕੁੜਤਾ ਖਰੀਦਦਾ। ਇਸ ਕੁੜਤੇ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਪਾਉਂਦੇ। ਕਈ ਵਾਰੀ ਜਿਹਦੇ ਨਾਲ ਸਾਡਾ ਪਿਆਰ ਹੋਵੇ ਅਸੀਂ ਫੁਰਨੇ ਮਨ 'ਚ ਹੀ ਬਣਾ ਕੇ ਫਿਲਮ ਤਿਆਰ ਕਰ ਲੈਂਦੇ ਪੂਰੀ ਦੀ ਪੂਰੀ। ਹੁਣ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਰਥਾਏ ਜਿਹੜਾ ਹੈ ਭਾਈ ਜੇਠਾ ਦੀ ਫੁਰਨੇ ਤਿਆਰ ਪਏ ਕਰਦੇ ਨੇ ਕਿ ਐਡਾ ਸੋਹਣਾ ਕੁੜਤਾ ਸੀ, ਸਤਿਗੁਰਾਂ ਨੇ ਐਦਾਂ ਖੱਬੀ ਬਾਂਹ ਉੱਤੇ ਕਰਨੀ ਸੀ, ਸੱਜੀ ਕਰਨੀ ਸੀ, ਐਦਾਂ ਪਾਉਣਾ ਸੀ। ਤੇ ਇਤਿਹਾਸ ਕਹਿੰਦਾ ਹੈ, ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਜ਼ਿਕਰ ਹੈ, ਸੰਗਤ ਦੇ ਵਿੱਚ ਬੈਠੇ ਹੋਏ ਗੁਰੂ ਅਮਰਦਾਸ ਮਹਾਰਾਜ ਜੀ ਕਦੀ ਇੱਕ ਬਾਂਹ ਤਾਂ ਕਰਦੇ ਨੇ, ਕਦੀ ਦੂਜੀ ਬਾਂਹ ਤਾਂ ਕਰਦੇ ਨੇ। ਜਿਵੇਂ ਮਨੁੱਖ ਕੁੜਤਾ ਪਾਉਂਦਾ ਨਾ, ਇਹ ਇਦਾਂ ਦੇ ਸਤਿਗੁਰੂ ਫਿਜ਼ੀਕਲ ਐਕਸ਼ਨ ਪਏ ਕਰਦੇ ਨੇ। ਸੰਗਤ ਪੁੱਛਦੀ ਹੈ ਸਤਿਗੁਰੂ ਇਹ ਕੀ ਕੌਤਕ ਵਰਤਾਇਆ? ਗੁਰੂ ਅਮਰਦਾਸ ਨੇ ਜਵਾਬ ਦਿੱਤਾ ਸੀ ਲਾਹੌਰ ਦੀ ਧਰਤੀ ਤੇ ਭਾਈ ਜੇਠਾ ਭਾਵਨਾ ਦੇ ਨਾਲ ਸਾਨੂੰ ਕੁੜਤਾ ਪਵਾ ਰਿਹਾ, ਅਸੀਂ ਉਹ ਕੁੜਤਾ ਪਹਿਨ ਰਹੇ ਹਾਂ। ਖਰੀਦਿਆ ਨਹੀਂ ਗਿਆ ਪਰ ਭਾਵਨਾ ਸੀ, ਭਾਵਨਾ ਦੇ ਨਾਲ ਕੀਤਾ ਹੋਇਆ ਦਾਨ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਪਹੁੰਚ ਗਿਆ। ਅੱਗੇ ਆਏ, ਗਰਮੀ ਦਾ ਮੌਸਮ ਸੀ, ਇਹਨਾਂ ਸਮਿਆਂ 'ਚ ਅੰਬ ਹੁੰਦੇ ਨੇ। ਅੰਬ ਵੇਖੇ, ਅੰਬ ਬੜੇ ਰਸੇ ਸੀ। ਮਨ 'ਚ ਆਇਆ ਮਨਾ ਚਲੋ ਜੇ ਤੂੰ ਕੁੜਤਾ ਨਹੀਂ ਖਰੀਦ ਸਕਿਆ ਗੁਰੂ ਸਾਹਿਬ ਆਤੇ ਅੰਬ ਹੀ ਲੈ ਜਾ। ਕਈ ਥਾਵਾਂ ਦੇ ਕੁਝ ਫਲ ਬੜੇ ਚੰਗੇ ਹੁੰਦੇ ਨੇ, ਬੜੇ ਮਸ਼ਹੂਰ ਹੁੰਦੇ ਨੇ। ਸਾਡਾ ਚਿੱਤ ਕਰਦਾ ਅਸੀਂ ਘਰਦਿਆਂ ਵਾਸਤੇ, ਪਰਿਵਾਰ ਵਾਸਤੇ ਲੈ ਜਾਈਏ। ਹੁਣ ਸਾਰਾ ਕੁਝ ਗੁਰੂ ਅਮਰਦਾਸ ਨੇ ਗੁਰੂ ਰਾਮਦਾਸ ਵਾਸਤੇ ਕਹਿੰਦੇ ਮਨਾ ਅੰਬ ਲੈ ਜਾ। ਅੰਬ ਖਰੀਦ ਲਏ। ਰਸਤੇ 'ਚ ਆਏ ਅੰਬ ਜ਼ਿਆਦੇ ਰਸੇ ਸੀ, ਉਹ ਚੋਣ ਲੱਗ ਪਏ। ਹੁਣ ਤੇ ਚਲੋ ਆਪਾਂ ਸਿਸਟਮ ਹੀ ਬਦਲ ਦਿੱਤਾ ਨਾ। ਪੁਰਾਣੇ ਸਮਿਆਂ 'ਚ ਜਿਹਦਾ ਪਿਤਾ ਜਾਂ ਘਰੋਂ ਕੋਈ ਜਾਂਦਾ ਸੀ ਨਾ ਸਾਈਕਲ ਦੇ ਉੱਤੇ ਬਾਹਰ ਕੰਮ, ਉਹ ਘਰ 'ਚ ਫਲ ਫਰੂਟ ਲਿਆਉਂਦਾ ਤੇ ਆਉਂਦੇ ਅੱਧੇ ਵੱਜ ਕੇ ਦਾਗੀ ਹੋ ਜਾਂਦੇ ਹੁੰਦੇ ਸਨ, ਉਹ ਰਸੇ ਹੋਣੇ। ਤੇ ਉਹ ਜਿਹੜਾ ਫਲ ਲਿਆ ਗੁਰੂ ਅਮਰਦਾਸ ਜੀ ਵਾਸਤੇ ਭਾਈ ਜੇਠਾ ਨੇ, ਉਹ ਰਸਿਆ ਪਿਆ ਸੀ ਬਿਲਕੁਲ। ਰਸਤੇ ਵਿੱਚ ਆਉਂਦਿਆਂ ਰਸ ਚੂਸਣ ਲੱਗ ਪਿਆ। ਹੁਣ ਜਿਹੜਾ ਲਾਹੌਰ ਤੋਂ ਜਿਹੜਾ ਗੋਇੰਦਵਾਲ ਦੀ ਧਰਤੀ ਤੇ ਆਉਣਾ ਹੈ, ਰਸਤੇ ਦੇ ਵਿੱਚ ਮਨ 'ਚ ਸੋਚਿਆ ਮਨਾ ਅੰਬ ਤੇ ਸਾਰੇ ਖਰਾਬ ਹੋ ਜਾਣੇ, ਗੁਰੂ ਅਮਰਦਾਸ ਵਾਸਤੇ ਪਹੁੰਚੇ ਨੇ ਨਹੀਂ ਹੈ। ਫਿਰ ਸਿਧਾਂਤ ਚੇਤਾ ਆਇਆ, ਧਰ ਕੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਧਿਆਨ ਤੇ ਅੰਬ ਚੂਸ ਲਏ। ਭਾਈ ਜੇਠਾ ਜੀ ਨੇ ਜਿਸ ਵੇਲੇ ਅੰਬ ਚੂਸੇ, ਇਹ ਵੀ ਸਾਖੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਹੈ। ਜਿਸ ਵੇਲੇ ਅੰਬ ਚੂਸੇ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਜਿਸ ਵੇਲੇ ਭਾਈ ਜੇਠਾ ਜੀ ਆਏ, ਆਣ ਕੇ ਕਹਿਣ ਲੱਗੇ ਦਾਤਾ ਮੈਂ ਭਟਾਵਾਂ ਤੇ 2 ਲਿਆਉਣੀਆਂ ਸਨ, ਕੁੜਤਾ ਲਿਆਉਣਾ ਸੀ, ਪੈਸੇ ਨਹੀਂ ਸਨ, ਅੰਬ ਲਿਆਂਦੇ ਸਨ, ਪਰ ਰਸਤੇ ਦੇ ਵਿੱਚ ਜਿਹੜੇ ਖਰਾਬ ਹੋਣ ਕਰਕੇ, ਰਸਨ ਜ਼ਿਆਦੇ ਹੋਣ ਕਰਕੇ ਮੈਨੂੰ ਰਾਹ ਦੇ ਵਿੱਚ ਚੂਸਣੇ ਪਏ। ਉੱਥੇ ਇਤਿਹਾਸ ਲਿਖਦਾ ਹੈ ਗੁਰੂ ਅਮਰਦਾਸ ਜੀ ਨੇ ਕਿਹਾ ਤੁਹਾਡਾ ਕੁੜਤਾ ਪਹੁੰਚ ਗਿਆ ਹੈ। ਗਿਟਕਾਂ ਲਿਆ ਕੇ ਸੇਵਕ ਨੂੰ ਕਹਿ ਦਿੱਤਾ ਛਿੱਲੜਾਂ ਤੇ ਗਿਟਕਾਂ ਵਿਖਾ ਦਿਓ, ਅੰਬ ਤੁਹਾਡੇ ਪਹੁੰਚ ਗਏ ਸਨ। ਹੁਣ ਅਸੀਂ ਇਸ ਵਿਸ਼ੇ ਦੇ ਵਿੱਚ ਨਹੀਂ ਪੈਣਾ ਕਿ ਅੰਬ ਦੀਆਂ ਗਿਟਕਾਂ ਕਿੱਥੋਂ ਆ ਗਈਆਂ ਜੀ। ਬਸ ਮੈਂ ਇੱਕੋ ਪਹਿਲਾਂ ਹੀ ਕਿਹਾ ਸੀ, ਇਹ ਗੱਲ ਭਾਵਨਾ ਦੀ, ਭਾਵਨਾ ਦੇ ਨਾਲ ਕੀਤਾ ਹੋਇਆ ਦਾਨ ਪੁੰਨ ਗੁਰੂ ਦੇ ਚਰਨਾਂ ਦੇ ਵਿੱਚ ਪਹੁੰਚ ਜਾਂਦਾ ਹੈ। ਚਲੋ ਇਹ ਉਦਾਹਰਨਾਂ ਹੋ ਸਕਦਾ ਕਈਆਂ ਨੂੰ ਫਿੱਟ ਨਾ ਹੋਣਾ। ਇੱਕ ਗੁਰਬਾਣੀ 'ਚ ਹੋਰ ਦੇ ਦੇਣਾ, ਅਸੀਂ ਕੂੰਜ ਦਾ ਜ਼ਿਕਰ ਕਰਦੇ ਹਾਂ। ਕੂੰਜ ਜਿਹੜੀ ਹੈ ਉਹ ਆਂਡੇ ਆਪ ਕਿਤੇ ਦਿੰਦੀ ਹੈ ਤੇ ਉਹ ਪਰਦੇਸੀ ਪੰਛੀ ਹੈ, ਉਹ ਉੱਡ ਕੇ ਕਿਸੇ ਥਾਂ 'ਤੇ ਆਪ ਆ ਜਾਂਦੀ ਹੈ। ਹੁਣ ਬਾਣੀ ਕਹਿੰਦੀ ਹੈ ਕਿ ਕੂੰਜ ਜਿਹੜੀ ਦਾਣਾ ਇੱਥੇ ਪਈ ਚੁਗਦੀ ਹੈ, ਬੱਚੇ ਉਹਦੇ ਕਈ ਕੋਹਾਂ ਦੂਰ ਬੈਠੇ ਹੋਏ ਨੇ, ਆਂਡਿਆਂ ਦੇ ਵਿੱਚ ਨੇ ਅਜੇ, ਉਹ ਆਪਣੇ ਬੱਚੇ ਦਾ ਧਿਆਨ ਧਰਦੀ ਹੈ ਤੇ ਖੁਰਾਕ ਬੱਚੇ ਨੂੰ ਪਈ ਲੱਗਦੀ ਹੈ। ਅਸੀਂ ਰੋਜ਼ ਬਚਨ ਪੜ੍ਹਦੇ, ਊਡੇ ਊਡ ਆਵੈ ਸੈ ਕੋਸਾ ਤੇ ਸਪਾਛੇ ਬਚਰੇ ਸ਼ਰਿਆ ਤਿਨ ਕਵਨ ਖਿਲਾਵੈ ਕਵਨ ਚੁਗਾਵੈ ਮਨ ਮਹਿ ਸਿਮਰਨ ਕਰਿਆ। ਜੇ ਕੂੰਜਾ ਖਾਧਾ ਹੋਇਆ ਦਾਣਾ
ਉਹਦੇ ਬੱਚਿਆਂ ਤੱਕ ਪਹੁੰਚਦਾ ਹੈ। ਤੇ ਯਾਦ ਰੱਖਿਓ ਸਿੱਖ ਦਾ ਭਾਵਨਾ ਦੇ ਨਾਲ ਕੀਤਾ ਹੋਇਆ ਦਾਨ ਪੁੰਨ ਗੁਰੂ ਤੱਕ ਵੀ ਪਹੁੰਚਦਾ ਹੈ। मैं इसे करके बेनती कर दी कि जो दान पुण्य है वह पैसे के नाल नहीं, वो दिल की अमीरी के नाल हुंदा है। मैं बड़ी बारी गुरमुखों कहना जदों गुरु के कोल आवो इन्नी क भावना के नाल आवो, हो सकता है दुनियावी तौर पर तुहाडे कोल कख ना होवे, पर जदों गुरु के कोल आओगे ना, जे भावना के नाल आओगे, गुरु कखां तो चोखे लखां वाला बना के रख देंदा है। इत्थे सतगुरु बख्शिश करते हैं, कहणगे त्रेतै रथ जतै का जोर अगे रथवाहो, दुआपर रथ तपै का। कहते दुआपर का जोड़ा समा सी ना, दुआपर का जोड़ा ये शरीर रथ बनया वो तप का बनया। लोगों ने तप साधने किए, पर तप तां साधने सफल सन जे दान पुण्य करते। कहणगे सत अगे रथवाहो, कहते मनुख की आत्मा दानी पुन्नी सी, जीव आत्मा दान पुण्य करके ते तप साधदा सी, तप दे नाल परमात्मा नूं रिझाउंदा पिया सी। अगे सतगुरु जी बख्शिश करते हैं, कहते ये 3 युग निकल गए। चलो इन्हां दे विच कोई ना कुछ लाभ सी, ये उन्हां दा मत सतगुरु दस रहे ने। फलसफा गुरमत दा आपां कल वेखांगे। अखीर ते सतगुरु कह लगे कालयुग रथ अगन का। अगन का अर्थ है अग, भाव अर्थ करांगे तृष्णा की अग। सतगुरु कहते कालयुग का समा आया, मनुख का शरीर जिहड़ा तरशालू बन गया, रखालू बन गया, ये अग दे विच सड़न लग पिया। कालयुग रथ अगन का, कूड़ अगै रथवाहो, मनुख की आत्मा झूठी हो गई, झूठ बोलने लग पई। अज सच्ची गल है गुरमुखो, तुसीं मनो जां ना मनो, जिन्ना अज झूठ बोलिया जांदा उन्ना मेरे ख्याल च कदी नहीं बोलिया, ते जिन्ना गुरु घरां च बोलिया जांदा इन्ना आम स्टेजां ते नहीं किते बोलिया जांदा होना। जिन्ने धर्मी लोग ने ना, जां धर्म दे विच जां धर्म दीयां स्टेजां ते भावें लैक्चर हो जाए, एक विख्यान हो जाए, कुछ ही हो जाए, पुछो कुछ ना जिन्ना क झूठ बक दिता जांदा है। सतगुरु कहणगे जदों आत्मा जिहड़ी झूठ बोलेगी, आत्मा जिहड़ी कूड़ दे विच गलतान हो जाएगी, उहदा रथ भी अग दा हो जाएगा। ना कदी अग रजदी जे ते ना ही कदी झूठा मनुख रजदा जी। अग अमृत बाणी का फैसला है ना कि तुसी अग दे विच बालन पा दिओ, अगी लहे ना भुख। अग च बालन पाई जाओ, कदी अग कहती है मैं रज गई हाँ, अग कदी नहीं रजदी। जिहड़ा मनुख झूठ बोलदा है, सियाणे कहंदे ने झूठ दे कोई पैर नहीं हुंदा, एक झूठ मारो 100 मारना पैंदा। ना झूठा मनुख दा कदी तसल्ली हुंदी है ते ना कदी अग दी तसल्ली हुंदी है। सतगुरु कहण लगे कालयुग दा समा आ गया, कालयुग रथ अगन का। इहदे विच मनुख जिहड़ा है वो अग दे विच सड़दा पिया। वैसे बाणी ने 4 अगां दा जिक्र कीता है, हंस हेत लोभ कोप चारे नदियां अग पवै दज्जै नानका तरीए। करमी लग कहंदे मनुख दे अंदर ये जिहड़ियां ने अग्गां बलदियां पईयां ने, ते इहदी जिहड़ी आत्मा है सतगुरु कह लगे कूड़ अगै रथवाहो। आत्मा जिहड़ी है कूड़ दे नाल सवार होई फिरदी है, आत्मा झूठ बोलदी पई है। मनुख जिहड़ा है वो तृष्णा की अग दे उत्ते सवार होया है। सो ये सी पहले श्लोक दी विचार। फिर मैं थोड़ा रिपीट करके समाप्ति करा। ये 4 युग ने, 4 युगां दे विच जिहड़ी आरंभक पंक्ति आई सी, हुण उहदे अर्थ स्पष्ट होणगे। युग युग फेर वटाईए ज्ञानी बुझै ताही। जिहड़ी मैं सैकंड पंक्ति पढ़ी सी वो ये सी कि युग युग फेर वटाईए। युगां दे हिसाब दे नाल मनुख दा इस रथ अते रथवाहो आत्मा अते जिहड़ा शरीर वो चेंज हुंदा, वो इस तरीके दे नाल चेंज हुंदा है। कलयुग दे विच सतगुरु कहंदे रथ कूड़ दा हो गया, आत्मा जिहड़ी सी वो झूठी हो गई। दुआपर दे विच रथ जिहड़ा तपे दा हो गया, आत्मा जिहड़ी सत दी हो गई। ते त्रेते दे विच रथ जते दा हो गया, आत्मा जिहड़ी सी वो जोर दी हो गई। तो सतयुग दे विच रथ जिहड़ा है वो धर्म दा हो गया, आत्मा जिहड़ी सी रथ जिहड़ा संतोख दा हो गया, आत्मा जिहड़ी धर्म दी। इस हिसाब दे नाल मनुख दा सुभाव चेंज हुंदा फिरदा है। सो मैं फिर बेनती करां, गुरमत युगां नूं नहीं मानदी, पर जिहड़ी आपां सिद्धांत साझा कीता इहदे नाल तुसीं हिसाब किताब ला के देख सकदे जे तुसीं किहड़े युग दे विच वापर रहे जे। जे किसी कोल उच्चा सुच्चा जीवन है, जे परमात्मा दा नाम जपदा है, बंदगी करदा, धर्मी, वो सतयुगी है। जिहदे अंदर कूड़ है, बाहर कूड़ है, अग तृष्णा दे विच सड़दा पिया, सतगुरु कहंदे वो कलयुग दे विच है। इस तो अगे इहदी कल विचार ये याद रखियो, इहदी विचार ही कल लैके चलांगे। साम कहे से तंबर स्वामी। हुण कल 4 जिहड़े ने वेद, 4 वेदां दे नाल जिहड़े अवतार ने उन्हां दा जिक्र करके सतगुरु गुरमत दा फलसफा की देंदे ने, इहदी विचार कल नूं होईयां भुल्लां गलतियां दी खेमा। आओ पावन पंक्तियां दा जाप सरवण करके समाप्ति करिए। दुआपर रथ तपै का, सत अगै रथवाहो, कलयुग रथ अगन का, कूड़ अगै रथवाहो। वाहिगुरु जी का खालसा, वाहिगुरु जी की फतेह।